वाहेगुरु जी का खालसा वाहेगुरु जी की फतेह। पतत पावन किरपा निध सतगुरु श्री गुरु ग्रंथ साहिब जियां दी पवित्र पावन सुभागी गोद विच दूरों नेड़ियों चल करके संध्या दे दीवाना दियां हाजरियां भरदे होए समय नूं सफला बना रहे हो। सतगुरां दे पावन जीवन दी कथा दे विचों आप जी ने सरवण कीता सी। सतगुरु गुरु नानक साहब सच्चे पातशाह जी संगला दीप राजे शिवनाभ दे बाग दे विच काम दियां प्यासियां भरियां पद्मनी औरतां नूं अमृत बचनां द्वारा निहाल कर रहे ने। जग कऊआ नाम नहीं चीत, अष्टपदियां दे रूप विच साहिबां ने शब्द उचारण कीता। गाछो पुत्री राजकुआर नाम भणो सच दोत सवार। सतगुरां दे शीतल अमृत बचनां ने अंदर ठार दिता। जीवन दे कर्म इदां नज़र आउंदे ने जिवें शीशे विच चेहरा दिसदा होवे। पछतावा होया, गुरु पिता दे चरनां विच मत्था टेकिया, कोल बैठियां नूं हुण सकून मिलदा है। दिन चढ़िया, राजे ने अपने दरबार विच इन्हां बच्चियां नूं बुलाया तां जो पता कीता जाए भी पहले साधुआं दे वांग इन्हां साधुआं दे जीवन दे हालात की ने। इत्थों तक आप जियां ने पावन कथा दा आनंद माणिया। आओ जी सुरत नूं जोड़िए, पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। नृपत बिलोकत बचन बखाना, कहूँ संत निष्कस पहचाना। जिस वेले अमृत वेले दा समा होया है, प्रीतम सतगुरु गुरु नानक साहब महाराज उसे बाग दे विच बैठे आ। ना कोई सरकारी सहूलतां माणियां, ना किसे दे छलावियां दे विच मेरे साहिब आए ने। छलण आईयां वो लड़कियां छलियां गईयां। कोई पूर्वला कर्म जागे है, गुरु नानक साहब जी के बचनां ने अंदर सुधार दिता। सवेर हुंदियां राजे की सभा लगी है हर रोज़ की तरह। अगे भी बड़े साधु आउंदे आ नानक नाम रख के। जो जो रात वेले उन्होंने कीता हुंदा है, ये लड़कियां औरतां सारा रिपोर्ट कार्ड सवेर वेले राजे की कचहरी च रखदियां। हुण तक जिन्ने आए आ सब दे जीवन दे परखच्चे उड्डे। जत सत दे विच कोई अज तक पूरा मिलिया ही नहीं। एडा घोर कलयुग भी हज़ारां साध आए होने सारे ही डोल गए। इसे खुशी विच राजे ने इन्हां लड़कियां नूं सद्दा दिता है। राजे की कचहरी विच आईयां चुप ने, शांत ने।
ਕੋਈ ਅੱਜ ਭੜਕੀਆਂ ਨਹੀਂ ਦਿਸਦੀਆਂ, ਚਿਹਰੇ ਤੇ ਚਲਾਕੀ ਨਹੀਂ ਕੋਈ। ਰਾਜੇ ਸ਼ਿਵਨਾਭ ਨੂੰ ਸਲਾਮ ਕੀਤੀ ਹੈ, ਸਾਹਮਣੇ ਖੜੀਆਂ ਹੋ ਗਈਆਂ। ਰਾਜਾ ਪੁੱਛਦਾ ਹੈ, ਇਹ ਬਾਲ ਕੰਨਿਆ, ਸਾਧੂ ਕੈਸੇ ਸੀ, ਰਾਤ ਕੈਸੀ ਰਹੀ? ਕਿਉਂਕਿ ਇਹ ਸਾਰਾ ਜਾਲ ਰਾਜੇ ਦਾ ਆਪ ਵਿਛਾਇਆ ਹੋਇਆ ਹੈ ਤੇ ਰਾਜੇ ਨੇ ਖੁਦ ਭੇਜੀਆਂ ਨੇ। ਇਸੇ ਕਰਕੇ ਪੁੱਛਦਾ ਹੈ ਵੀ ਰਾਤ ਵੇਲੇ ਕੀ ਕੁਝ ਹੋਇਆ ਏ। ਕਾਮਤਰ ਕਰ ਜਿਤਿਓ ਕੀ ਨਾਹੀ, ਜਸ ਬੀਤੀ ਤਸ ਕਹੋ ਮੁਝ ਪਾਹੀ। ਜੋ ਜੋ ਤੁਹਾਡੇ ਨਾਲ ਬੀਤਿਆ, ਕਾਮ ਦੇ ਡੋਰੇ ਪਾ ਕੇ ਸਾਧੂਆਂ ਨੂੰ ਡੁਲਾਇਆ ਕਿ ਨਹੀਂ, ਮੈਨੂੰ ਵਾਰਤਾ ਖੋਲ ਕੇ ਦੱਸੋ। ਕਿਉਂਕਿ ਇਹ ਲੜਕੀਆਂ ਪਦਮਨੀਆਂ ਨੇ, ਉਮਰਾਂ ਬਹੁਤ ਛੋਟੀਆਂ ਨੇ, ਜਿਨ੍ਹਾਂ ਦਾ ਸੁਭਾਅ, ਜਿਨ੍ਹਾਂ ਦੀ ਬੋਲ ਬਾਣੀ, ਜਿਨ੍ਹਾਂ ਦਾ ਨਜ਼ਰੀਆ, ਜਿਨ੍ਹਾਂ ਦੀਆਂ ਅਦਾਵਾਂ ਵੇਖ ਹਰ ਕੋਈ ਡੋਲਿਆ। ਤੇ ਰਾਜੀ ਨੂੰ ਮਾਣ ਹੈ ਵੀ ਜਦੋਂ ਇਹਨਾਂ ਨੇ ਆਪਣੀਆਂ ਜ਼ੁਲਫਾਂ ਖਿਲਾਰੀਆਂ ਹੋਣੀਆਂ, ਮਿੱਠੀ ਜ਼ੁਬਾਨੋਂ ਬੋਲ ਬੋਲੇ ਹੋਣੇ, ਨੈਣਾ ਦੇ ਤੀਰ ਮਾਰੇ ਹੋਣੇ, ਰੁੜ ਗਏ ਹੋਣੇ ਸਾਹ ਦੇ ਵੀ। ਇਸ ਕਰਕੇ ਰਾਜਾ ਬੜਾ ਉਤਸੁਕਤ ਹੋ ਕੇ ਪੁੱਛਦਾ ਹੈ, ਛੇਤੀ ਦੱਸੋ ਮੈਨੂੰ ਸਾਧੂਆਂ ਦਾ ਜੀਵਨ ਕੈਸਾ ਰਿਹਾ। ਕਹਿੰਦੇ ਸੁਣ ਕੇ ਰਾਜੇ ਦੀਆਂ ਗੱਲਾਂ ਸਿਰ ਨੀਵੇਂ ਇਹਨਾਂ ਲੜਕੀਆਂ ਨੇ ਕਰ ਲਏ, ਕੋਈ ਵੀ ਜਵਾਬ ਦਿੱਤਾ ਨਾ। ਸਰਬੇ ਅੰਗਣਾ ਮੈਂ ਜੋ ਪਰਧਾਨਾ, ਸੋ ਬੋਲੀ ਸੁਣੀਏ ਰਾਜਾਨਾ। ਜਦੋਂ ਰਾਜੇ ਨੇ ਦੂਜੀ ਵਾਰ ਫੇਰ ਆਖਿਆ, ਮੈਂ ਤੁਹਾਡੇ ਤੋਂ ਪੁੱਛਿਆ ਫਕੀਰਾਂ ਦਾ ਜੀਵਨ ਕੈਸਾ ਹੈ? ਕਿਉਂਕਿ ਧਰਮੀ ਬੰਦਾ ਜੇ ਧਰਮੀ ਹੈ, ਆਪਣੇ ਜੀਵਨ ਕਰਕੇ ਹੈ, ਇਖਲਾਕ ਕਰਕੇ ਹੈ। ਜੀਵਨ ਹੋਵੇ ਨਾ, ਗੱਲਾਂ ਬਾਤਾਂ ਦੇ ਧਰਮ ਨਾਲ ਕੀ ਹੋ ਜਾਣਾ, ਕੁਛ ਵੀ ਨਹੀਂ, ਇਖਲਾਕ ਨਹੀਂ ਹੈ ਜੀ। ਆਖਰਕਾਰ ਇਹਨਾਂ ਲੜਕੀਆਂ ਦੀ ਜਿਹੜੀ ਮੁਖੀ ਸੀ, ਪ੍ਰਧਾਨ, ਇੱਕ ਸੀਨੀਅਰ ਲੀਡਰ ਹੈ, ਦੋਨੇ ਹੱਥ ਜੋੜ ਕੇ ਰਾਜਾ ਸ਼ਿਵਨਾਭ ਦੇ ਸਾਹਮਣੇ ਆਖਣ ਲੱਗੀ, ਰਾਜਨ ਕੀ ਦਸੀਏ ਕੀ ਨਾ ਦਸੀਏ। ਜਦੋਂ ਰਾਜੇ ਨੇ ਸੁਣਿਆ, ਪਰਸਰਾਮ ਮੰਤਰੀ ਨੇ ਸੁਣਿਆ, ਸਾਰੀ ਸਭਾ ਨੇ ਸੁਣਿਆ, ਲੱਗਿਆ ਵੀ ਇਹ ਸਾਧ ਜ਼ਿਆਦਾ ਹੀ ਕੰਮ ਦੇ ਪਿਆਸੇ ਹੋਣੇ। ਕਿਉਂਕਿ ਲੜਕੀਆਂ ਦੇ ਬੋਲਣ ਦਾ ਜਿਹੜਾ ਤਰੀਕਾ ਵੀ ਕੀ ਦਸੀਏ ਕੀ ਨਾ ਦਸੀਏ, ਇਹ ਸ਼ਬਦ ਕੀ ਹੈ, ਹੈਰਾਨੀਜਨਕ ਹੈ। ਵਿਸਮਿਕ ਚਿੰਨ੍ਹ ਲੱਗ ਗਿਆ ਵੀ ਦੱਸਣ ਦਾ ਫਾਇਦਾ ਹੈ ਜਾਂ ਨਹੀਂ, ਬਹੁਤ ਕੁਝ ਹੋ ਗਿਆ। ਰਾਜਾ ਬੜਾ ਸ਼ਾਂਤ ਹੋ ਕੇ ਸੁਣਦਾ ਹੈ, ਕਹਿੰਦਾ ਦੱਸੋ ਤੇ ਸਹੀ ਸਾਧਾਂ ਨੇ ਕੀ ਕੁਝ ਕੀਤਾ। ਇਹ ਫਕੀਰ ਕੱਚੇ ਹਨ ਜਾਂ ਪੱਕੇ ਹਨ? ਪੂਰਬ ਬਹੁ ਫਕੀਰ ਜੇ ਆਏ, ਦੇਖ ਰੂਪ ਤਿਆ ਸਭੈ ਲੋਭਾਏ। ਫਿਰ ਹੱਥ ਜੋੜ ਕੇ ਆਖਣ ਲੱਗੀ, ਰਾਜਨ ਮੈਂ ਇਹ ਕਿਹਾ ਵੀ ਵੱਡੇ ਵੱਡੇ ਫਕੀਰ ਪਹਿਲਾਂ ਆਏ, ਪਰ ਐਸਾ ਨਹੀਂ ਕੋਈ ਆਇਆ। ਸਾਰੇ ਡੁੱਲ ਗਏ, ਜਿੰਨੇ ਆਏ ਡੁੱਬਦੇ ਰਹੇ, ਜਿੰਨੇ ਆਏ ਤਿਲਕਦੇ ਰਹੇ, ਫਿਸਲਦੇ ਰਹੇ। ਪਰ ਇਹਨਾਂ ਫਕੀਰਾਂ ਦੀ ਕਰਨੀ ਤੋਂ ਅਸੀਂ ਹੈਰਾਨ ਹਾਂ। ਚਿੱਤ ਕਰਦਾ ਝੁਕ ਝੁਕ ਕੇ ਸਜਦਾ ਕਰਾਂ। ਪੂਰੀ ਰਾਤ ਅਸੀਂ ਆਪਣੀਆਂ ਕਾਮੁਕ ਅਦਾਵਾਂ ਦਾ ਜ਼ੋਰ ਪਾਇਆ, ਉਹਨਾਂ ਸਾਡੇ ਵੱਲ ਤੱਕਿਆ ਵੀ ਨਹੀਂ। ਇਨ ਸੋਹਬ ਭਾਵ ਮੈਂ ਕੀਨੇ, ਜਿਨ ਬਿਲੋਕ ਮਨ ਤਪੀ ਪਲੀਨੇ। ਐਸੇ ਹਾਵ ਭਾਵੇ ਅਸੀਂ ਕੀਤੇ 7 ਤੋਂ 8 ਘੰਟੇ, ਵੀ ਜਿਹੜੇ ਹਾਵ ਭਾਵ ਸਾਡੇ ਵੇਖ ਕੇ ਤਪੱਸਵੀਆਂ ਦੀ ਤਪੱਸਿਆ ਭੁੱਲ ਗਈ, ਭਗਤਾਂ ਦੀ ਭਗਤੀ ਡੁੱਲ ਗਈ। ਪਰ ਇਹ ਪਤਾ ਨਹੀਂ ਕਿਹੜੀ ਮਿੱਟੀ ਦੇ ਫਕੀਰ ਬੜੇ ਸਨ। ਸਾਡੇ ਪੈਰ ਵੀ ਨਹੀਂ ਵੇਖੇ ਉਹਨਾਂ ਨੇ, ਸਾਡੇ ਚਿਹਰੇ ਵੀ ਨਹੀਂ ਦੇਖੇ, ਰੱਤੀ ਮਾਤਰ ਵੀ ਉਹ ਡੋਲੇ ਨਹੀਂ। ਇਨ ਕੇ ਤਨ ਕੋ ਤਨਕ ਨ ਪਰਸੇ, ਰਹੇ ਅਡੋਲ ਸੇ ਕੰਚਨ ਗਿਰਸੇ। ਰਾਜਾ ਪੁੱਛਦਾ ਹੈ, ਤੁਸੀਂ ਕਰੀਬ ਹੋ ਕੇ ਸਾਧੂਆਂ ਦੇ ਸਰੀਰ ਨੂੰ ਛੋਇਆ ਸੀ? ਕਿਉਂਕਿ ਸਪਰਸ਼ਤਾ ਬਹੁਤ ਵੱਡੀ ਚੀਜ਼ ਹੈ। ਕੋਈ ਲੱਖ ਕਿਸੇ ਤੋਂ ਬਚਦਾ ਹੋਵੇ, ਸਪਰਸ਼ ਕਰਦੇ ਉੱਤੇ ਡੁੱਲ ਜਾਂਦਾ ਹੈ।
ਉਸ ਵੇਲੇ ਹੱਥ ਜੋੜ ਕੇ ਆਖਣ ਲੱਗੀਆਂ, ਰਾਜਨ ਬੜੀ ਵਾਰ ਅਸੀਂ ਉਹਨਾਂ ਸਾਧੂਆਂ ਫਕੀਰਾਂ ਰੱਬ ਦੇ ਪਿਆਰਿਆਂ ਦੇ ਸਰੀਰਾਂ ਨੂੰ ਛੋਹਿਆ ਤਿੰਨਾਂ ਦੇ। ਕਹਿੰਦੇ ਸਾਡੀ ਸਪਰਸ਼ਤਾ ਦਾ ਉਹਨਾਂ ਦੇ ਸੁਪਨੇ ਵਿੱਚ ਵੀ ਖਿਆਲ ਨਹੀਂ ਆਇਆ ਵੀ ਸਾਨੂੰ ਕਿਸੇ ਨੇ ਛੋਹਿਆ, ਕਿਸੇ ਨੇ ਹੱਥ ਵੀ ਲਾਇਆ। ਕਹਿੰਦੇ ਉਹ ਇਦਾਂ ਬੈਠੇ ਸੀ ਜਿਵੇਂ ਬਹੁਤ ਵੱਡਾ ਵਿਸ਼ਾਲ ਪਰਬਤ ਅਡੋਲ ਹੋਵੇ, ਭੁਚਾਲ ਆਇਆ ਵੀ ਸਮੇਰ ਪਰਬਤ ਨਾ ਡੋਲੇ। ਸਾਡੇ ਛੋਹਿਆਂ ਤੋਂ, ਸਾਡੇ ਬੁਲਾਇਆਂ ਤੋਂ ਉਹ ਰੱਬੀ ਨੂਰ ਰੱਬ ਦੇ ਪਿਆਰੇ ਰੰਚਕ ਮਾਤਰ ਰਾਈ ਕਿੰਨੀ ਹੁੰਦੀ ਹੈ, ਇੰਨਾ ਵੀ ਨਹੀਂ ਡੋਲੇ। ਸੁਭਾਵਿਕ ਸਾਨੂੰ ਕੋਈ ਹੱਥ ਲਾਉਂਦਾ ਹੈ, ਚਲੋ ਜੇ ਬਿਰਤੀ ਮਾੜੀ ਨਹੀਂ ਆਈ ਅਸੀਂ ਵੇਖਦੇ ਤਾਂ ਹਾਂ ਕੌਣ ਆ। ਕਹਿੰਦੀ ਉਹਨਾਂ ਮਹਾਂਪੁਰਖਾਂ ਸਤਪੁਰਸ਼ਾਂ ਰੱਬ ਦੇ ਪਿਆਰਿਆਂ ਨੇ ਸਾਨੂੰ ਤੱਕਿਆ ਵੀ ਨਹੀਂ। ਕਿਰਪਾ ਦ੍ਰਿਸ਼ਟ ਪੁਨ ਹਮ ਪਰ ਕੀਨੀ, ਹਰ ਸਿਮਰਨ ਕੋ ਰਸ ਮਤ ਪੀਨੀ। ਜਦੋਂ ਸਾਰੀ ਰਾਤ ਬਤੀਤ ਹੋਈ ਅਸੀਂ ਆਪਣਾ ਪੂਰਾ ਜ਼ੋਰ ਅਜਮਾਇਆ। ਸਵੇਰ ਹੁੰਦਿਆਂ ਕਹਿੰਦੇ ਮੈਂ ਆਖਿਆ ਮਹਾਂਪੁਰਖੋ ਜੇ ਕੁਝ ਕਰਨਾ ਹੀ ਨਹੀਂ, ਬੇਕਾਰ ਹੀ ਨਹੀਂ ਭੋਗਣਾ, ਚੰਦ ਬੋਲ ਹੀ ਸੁਣਾ ਦਿਓ। ਰਾਜਨ ਮੈਂ ਸੋਚਿਆ ਸਾਧੂ ਸਾਡੇ ਨਾਲ ਬੋਲਣਗੇ, ਜਦੋਂ ਗੱਲੀ ਲੱਗ ਜਾਣਗੇ ਤੇ ਡੋਲ ਜਾਣਗੇ। ਕਹਿੰਦੇ ਉਹ ਰੱਬ ਦੇ ਪਿਆਰੇ ਬੋਲੇ, ਐਸਾ ਬੋਲੇ ਓਏ ਉਹਨਾਂ ਦਾ ਬੋਲਿਆ ਕਾਲਜੇ ਚ ਲੱਥ ਗਿਆ। ਕਹਿੰਦੇ ਅੰਮ੍ਰਿਤਮਈ ਸ਼ਬਦ ਸੀ ਉਹਨਾਂ ਦੇ। ਸਾਡਾ ਤਪਦਾ ਮਨ ਕਾਮ ਦੇ ਵਿੱਚ ਪਲਾਂ ਵਿੱਚ ਸ਼ਾਂਤ ਹੋ ਗਿਆ। ਆਖੋ ਸਤਨਾਮ। ਅੰਦਰ ਦਾ ਸਕੂਨ ਮਿਲਿਆ ਸਾਨੂੰ ਉਹਨਾਂ ਦੇ ਬਚਨ ਸੁਣ ਕੇ, ਜੀਵਨ ਸਾਡਾ ਧਨ ਹੋ ਗਿਆ। ਏ ਤੂੰ ਪੂਰਨ ਪੁਰਖ ਕਿਰਪਾਲਾ, ਜਿਸ ਕੋ ਦਰਸ਼ਨ ਕਰਤ ਨਿਹਾਲਾ। ਇਹ ਤੇ ਕੋਈ ਪੂਰਨ ਪੁਰਖ ਸਨ ਜਿਨ੍ਹਾਂ ਦੇ ਦਰਸ਼ਨਾਂ ਨੇ ਸਾਨੂੰ ਨਿਹਾਲ ਕੀਤਾ ਹੈ। ਰਾਜਾ ਕਹਿੰਦਾ ਪਰਖਿਆ, ਆਖਣ ਲੱਗੇ ਅੱਜ ਤੋਂ ਅਸੀਂ ਤੇਰੀ ਨੌਕਰੀ ਨਹੀਂ ਕਰਨੀ। ਰਾਜਾ ਕਹਿੰਦਾ ਕਿਉਂ? ਕਹਿੰਦੀਆਂ ਸਾਨੂੰ ਉਸ ਫਕੀਰ ਨੇ, ਉਸ ਰੱਬ ਦੇ ਪਿਆਰੇ ਨੇ ਆਪਣੀਆਂ ਧੀਆਂ ਬਣਾ ਲਿਆ। ਧੀ ਬਣਾ ਕੇ ਸਿਰ ਤੇ ਹੱਥ ਰੱਖ ਕੇ ਆਖਿਆ ਗਾਛੋ ਪੁੱਤਰੀ ਰਾਜਕੁਆਰ, ਨਾਮ ਭਣੋ ਸੱਚ ਦੋਤ ਸਵਾਰ। ਧੀਓ ਕਿਹੜੇ ਮਾੜੇ ਕਰਮਾਂ ਵਿੱਚ ਪੈ ਗਈਆਂ, ਨਾਮ ਜਪ ਲਓ ਅੰਦਰ ਨੂੰ ਸਕੂਨ ਮਿਲ ਜੇਗਾ। ਜਦੋਂ ਇਹ ਜਵਾਨੀ ਨਹੀਂ ਰਹਿਣੀ ਤੇ ਕਰਮ ਮਾੜੇ ਰਹਿ ਜਾਣਗੇ ਪੱਲੇ। ਰਾਜਨ ਸਾਡੇ ਤੋਂ ਹੁਣੇ ਪਾਪ ਨਹੀਂ ਹੋਣੇ। ਚਿੱਤ ਕਰਦਾ ਚੌਂਕੜਾ ਲਾ ਕੇ ਬੰਦਗੀ ਕਰੀਏ, ਉਹਨਾਂ ਫਕੀਰਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ। ਮੈਨੂੰ ਤੇ ਲੱਗਦਾ ਹੈ ਵੀ ਇਹੀ ਗੁਰੂ ਨਾਨਕ ਨੇ ਆਖੋ ਸਤਨਾਮ ਪਦਮਣੀ ਔਰਤਾਂ ਦੀ ਪ੍ਰਧਾਨ ਕਹਿੰਦੀ ਹੈ। ਅੱਖਾਂ ਭਰੀਆਂ ਹੋਣ, ਕਦੇ ਹੋ ਸਕਦਾ ਇੱਦਾਂ ਵੀ ਇੱਕ ਕਾਮਣੀ ਔਰਤ ਹੋਵੇ, ਡੋਲਣ ਵਾਲੀ ਹੋਵੇ, ਲੋਕਾਂ ਦੇ ਧਰਮ ਜੀ ਨੇ ਖਿਲਵਾੜ ਕੀਤੇ ਹੋਣ, ਇੱਕ ਰੱਬ ਦੇ ਪਿਆਰੇ ਨੂੰ ਵੇਖ ਕੇ ਐਦਾਂ ਬਦਲ ਗਈ। ਇਹ ਕਮਾਈ ਉਸ ਪਰਮਾਤਮਾ ਦੀ ਹੈ, ਰਹਿਮਤ ਉਹ ਸੱਚੇ ਪਾਤਸ਼ਾਹ ਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਇੱਕ ਨਜ਼ਰ ਨੇ, ਇੱਕ ਬੋਲ ਨੇ ਇੱਕ ਵੇਸ਼ਵਾ ਦਾ ਅੰਦਰ ਬਦਲ ਕੇ ਰੱਖ ਦਿੱਤਾ। ਅੰਦਰ ਬਦਲਤਾ। ਜਦੋਂ ਅੰਦਰ ਬਦਲਿਆ ਉਹਦੇ ਬੋਲ ਵੀ ਬਦਲੇ ਆ, ਉਹਦੀ ਨੁਹਾਰ ਬਦਲੀ ਹੈ, ਉਹਦੀ ਨਜ਼ਰ ਬਦਲੀ ਹੈ। ਜਿੱਦਣ ਤੁਹਾਡਾ ਜੀਵਨ ਕਾਮੀ ਨਹੀਂ ਹੋਊਗਾ ਨਾ, ਤੁਹਾਡੀਆਂ ਨਜ਼ਰਾਂ ਦੱਸਣਗੀਆਂ ਤੁਸੀਂ ਕਿਸੇ ਨਾਲ ਨਜ਼ਰ ਹੀ ਨਹੀਂ ਮਿਲਾਉਂਦੇ, ਕਿਸੇ ਨਾਲ ਬੋਲਣਾ ਪਸੰਦ ਹੀ ਨਹੀਂ ਕਰਦੇ, ਕੋਈ ਤੁਹਾਨੂੰ ਬਾਰ-ਬਾਰ ਵੀ ਬੁਲਾਵੇ ਜਵਾਬ ਦੇਣਾ ਪਸੰਦ ਨਹੀਂ ਕਰੋਗੇ। ਪਰ ਜਿਹੜਾ ਬੰਦਾ ਕਾਮੀ ਹੋਏਗਾ ਉਹ ਲੋਕ ਪਰਖ ਲੈਂਦੇ ਆ, ਗੱਲ ਕਿਸੇ ਹੋਰ ਨਾਲ ਜਵਾਬ ਉਹ ਦੇਈ ਜਾਂਦਾ। ਉਹ ਅੱਖਾਂ ਹੀ ਨਹੀਂ ਨੀਵੀਆਂ ਕਰਦਾ, ਕਦੇ ਬੋਲਦਾ ਬਹੁਤ ਹੈ, ਕਲਪਦਾ ਬਹੁਤ ਹੈ, ਆਪਣੇ ਆਪ ਨੂੰ ਸਿਆਣਾ ਬੜਾ ਦੱਸਦਾ ਹੈ। ਕਿਤੇ ਇਹੀ ਕੁਝ ਔਰਤਾਂ ਕਰਦੀਆਂ ਸੀ, ਅੱਜ ਹੱਥ ਜੋੜੀ ਬੈਠੀਆਂ ਨੇ। ਰਾਜਨ ਅੰਦਰ ਤਰ ਗਿਆ ਸਾਡਾ ਤੇ ਜੀਵਨ ਮੁਕਤ ਹੋ ਗਿਆ, ਉਧਾਰ ਹੋ ਗਿਆ ਸਾਡੇ ਜੀਵਨ। ਜੇ ਤੇਰਾ ਕੋਈ ਕਰਮ ਜਾਗਿਆ ਉਹਨਾਂ ਮਹਾਂਪੁਰਖਾਂ ਦੇ ਜਾ ਕੇ ਚਰਨ ਪਰਸ ਲੈ। ਐਵੇਂ ਹੁਜਤਾਂ ਨਾ ਕਰ, ਐਵੇਂ ਚਲਾਕੀਆਂ ਕਰਨਾ। ਪੂਰਵ ਜਨਮ ਕਰਮ ਹਮ ਜਾਗੇ, ਤੋ ਪਰਸ਼ੋਤਮ ਸੇਵਾ ਲਾਗੇ। ਐਨੇ ਪ੍ਰੇਮ ਦੇ ਵਿੱਚ ਭੇਜੀਆਂ, ਹੱਥ ਜੋੜ ਕੇ ਖੜੀਆਂ ਨੇ, ਨਜ਼ਰਾਂ ਨੀਵੀਆਂ ਨੇ, ਰਾਜੇ ਨਾਲ ਅੱਖਾਂ ਨਹੀਂ ਮਿਲਾਉਂਦੀਆਂ। ਕਿਉਂਕਿ ਅੰਦਰ ਦਾ ਰੱਜਿਆ ਬੰਦਾ ਕਦੇ ਅੱਖ ਚੁੱਕ ਕੇ ਨਹੀਂ ਵੇਖਦਾ, ਉਹਨੂੰ ਬੜਾ ਕੁਝ ਮਿਲਿਆ। ਰਾਜਨ ਸਾਡੇ ਤੋਂ ਇਹ ਹੁਣ ਕਰਮ ਨਹੀਂ ਹੋਣਾ, ਕੋਈ ਪੂਰਵਲਾ ਕਰਮ ਸਾਡਾ ਜਾਗਿਆ, ਇਸ ਜਨਮ ਦਾ ਵੀ ਸਾਡਾ ਉਧਾਰ ਹੋ ਗਿਆ। ਚਿੱਤ ਕਰਦਾ ਏ ਉਹਨਾਂ ਮਹਾਂਪੁਰਖਾਂ ਦੇ ਪਾਸ ਹੀ ਬੈਠੇ ਰਹੀਏ, ਭਾਵੇਂ ਉਹ ਨਾਂ ਵੀ ਬੁਲਾਉਣ। ਅੰਦਰ ਠਰ ਗਿਆ ਕਾਲਜਾ। ਜਾ ਜੇ ਤੇਰਾ ਕੋਈ ਕਰਮ ਜਾਗਿਆ
ਚਰਨ ਪਰਸ ਲਾਏ ਉਹਨਾਂ ਦੇ, ਮਾਫੀਆਂ ਮੰਗ ਲਾਏ ਉਹਨਾਂ ਤੋਂ। ਸਰਬ ਰਹਿਣ ਦੇ ਕਰ ਉਪਦੇਸ਼ਾ, ਕਿਉ ਕਿਰਤਾਰਥ ਸੁਣੋ ਨਰੇਸ਼ਾ। ਰਾਜਨ ਉਹਨਾਂ ਦੇ ਉਪਦੇਸ਼ ਨੇ ਸਾਡਾ ਅੰਦਰ ਸਫਲਾ ਕਰ ਦਿੱਤਾ, ਜੀਵਨ ਦਾ ਉਧਾਰ ਸਾਡੇ ਦਾ ਹੋ ਗਿਆ। ਹੁਣ ਸਾਨੂੰ ਖਾਣਾ ਪੀਣਾ ਪਹਿਨਣਾ ਨਹੀਂ ਪਾਉਂਦਾ। ਆਖਣ ਲੱਗੀਆਂ ਇਹ ਜੀਵਨ ਮਿੱਟੀ ਸਮਾਨ ਹੈ, ਚੰਦ ਦਿਨਾਂ ਦੇ ਮਹਿਮਾਨ ਇਸ ਧਰਤੀ ਤੇ ਹਾਂ। ਜਦੋਂ ਰਹਿਣਾ ਇੱਥੇ ਸਦਾ ਨਹੀਂ, ਨੱਚ ਟੱਪ ਕੇ ਮਾੜੇ ਕਰਮ ਕਰਕੇ ਇਸ ਜ਼ਿੰਦਗੀ ਨੂੰ ਗਵਾਉਣਾ ਕਿਉਂ ਹੈ। ਰਾਜਨ ਚਿੱਤ ਕਰਦਾ ਭਗਤੀ ਕਰੀਏ, ਦਿਲ ਕਰਦਾ ਜੰਗਲਾਂ ਵਿੱਚ ਜਾ ਬੈਠੀ। ਕੌਣ ਕਹਿੰਦੀਆਂ ਨੇ? ਜਿਨ੍ਹਾਂ ਕਦੇ ਲੋਹੜਿਆਂ ਦੇ ਸ਼ਿੰਗਾਰ ਕੀਤੇ ਸੀ, ਜਿਨ੍ਹਾਂ ਨੇ ਵੱਡੇ ਵੱਡੇ ਸਾਧੂਆਂ ਧਰਮੀਆਂ ਜਪੀਆਂ ਤਪੀਆਂ ਦੇ ਜਪ ਤਪ ਤੋੜ ਕੇ ਰੱਖ ਦਿੱਤੇ। ਉਹ ਪਾਪ ਦੀਆਂ ਕਿਆਰੀਆਂ ਵੇਸ਼ਵਾਵਾਂ ਅੱਜ ਰੱਬ ਨਾਲ ਜੁੜੀਆਂ ਹੋਈਆਂ, ਉਹ ਅੰਦਰ ਹੀ ਬਦਲ ਗਿਆ। ਜਿਵੇਂ ਗਣਕਾ ਪਾਪਣ ਸੀ ਨਾ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਜਿਵੇਂ ਉਹਦੇ ਗਲ ਪਾਪਾਂ ਦੇ ਹਾਰ ਸੀ, ਬਸ ਇਦਾਂ ਹੀ ਇਹਨਾਂ ਦੇ ਗਲ ਸੀ। ਪਰ ਗੁਰੂ ਸਾਹਿਬ ਨੇ ਉਹ ਹਾਰ ਕੱਟ ਦਿੱਤੇ ਆ, ਜਨਮਾਂ ਜਨਮਾਂ ਦੇ ਬੰਧਨ ਕੱਟੇ। ਤੇ ਰਾਜੇ ਨੇ ਜਦੋਂ ਸੁਣਿਆ, ਰਾਜੇ ਨੂੰ ਅੰਦਰੋਂ ਬੜਾ ਚੰਗਾ ਲੱਗਿਆ। ਪਰਸਰਾਮ ਤੇ ਕਹਿੰਦਾ, ਰਾਜਨ ਮੈਂ ਤੇ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਸਾਧੂ ਪੂਰੇ ਆ, ਬੰਦਗੀ ਵਾਲੇ ਆ, ਇਹਨਾਂ ਨੂੰ ਪਰਖੀ ਨਾ। ਵਿਸ਼ੇ ਭੋਗ ਬਿਸ਼ਟਾ ਕੀ ਨਿਆਈ, ਦੁਰਗੰਧਤ ਸੋ ਹਮੇ ਨਾ ਪਾਏ। ਰਾਜੇ ਨੇ ਫਿਰ ਇਹਨਾਂ ਲੜਕੀਆਂ ਨੂੰ ਪਰਖਣ ਵਾਸਤੇ ਮਾਇਆ ਦੀ ਆਫਰ ਕੀਤੀ ਵੀ ਕਿਤੇ ਵਿਕ ਤੇ ਨਹੀਂ ਗਈਆਂ, ਬਦਲ ਤੇ ਨਹੀਂ ਗਈਆਂ। ਰਾਜਾ ਕਹਿੰਦਾ ਅੱਜ ਤੋਂ 10 ਗੁਣਾ ਵੱਧ ਤੁਹਾਨੂੰ ਮਾਇਆ ਦਿਆਂਗਾ, ਨੱਚਣਾ ਮੇਰੇ ਦਰਬਾਰ 'ਚ। ਆਖਣ ਲੱਗੀਆਂ, ਰਾਜਨ ਇਹ ਕਰਮ ਤੇ ਕਾਂ ਦੀ ਵਿਸਟਾ ਵਰਗੇ ਆ, ਇਹ ਤੇ ਗੰਦਗੀ ਹੈ। ਅਸੀਂ ਇਸ ਗੰਦਗੀ ਵਿੱਚ ਹੁਣ ਫਸਣਾ ਨਹੀਂ ਚਾਹੁੰਦੀਆਂ। ਸਾਨੂੰ ਸਾਡੇ ਪਿਆਰੇ ਸਤਿਗੁਰੂ ਨੇ ਇਸ ਨਰਕ ਵਿੱਚੋਂ ਕੱਢਿਆ ਏ। ਜਿੰਦੇ ਸ਼ਾਂਤ ਪ੍ਰਾਪਤ ਸਭ ਭਾਂਤੇ, ਸੁਨਤ ਬਚਨ ਭੀ ਸੀਤਲ ਛਾਤੇ। ਜਦੋਂ ਇਹਨਾਂ ਲੜਕੀਆਂ ਦੇ ਬਚਨਾਂ ਨੂੰ ਸੁਣ ਕੇ ਰਾਜੇ ਨੇ ਖਿਆਲ ਕੀਤਾ, ਮਨਹ ਮੇਰਿਆ, ਜਿਸ ਸਾਧੂ ਮਹਾਤਮਾ ਨੇ ਪਾਪਣਾ ਦੇ ਹਿਰਦੇ ਪਵਿੱਤਰ ਕਰਤੇ, ਪਤਤ ਨੂੰ ਪਵਿੱਤਰ ਬਣਾਤਾ, ਇਹਨਾਂ ਲੜਕੀਆਂ ਦੇ ਬਚਨ ਸੁਣ ਕੇ ਜੋ ਸਦਾ ਕਾਮ ਦੀਆਂ ਗੱਲਾਂ ਕਰਦੀਆਂ, ਮੇਰੇ ਮਨ ਨੂੰ ਸ਼ਾਂਤੀ ਆ ਗਈ। ਵੇਖਾਂ ਤੇ ਸਹੀ ਮਿਲ ਕੇ ਕਿਤੇ ਉਹ ਗੁਰੂ ਨਾਨਕ ਸਾਹਿਬ ਤੇ ਨਹੀਂ। ਭਾਵੇਂ ਕਿ ਰਾਜਾ ਪਹਿਲਾਂ ਸਤਿਗੁਰਾਂ ਨੂੰ ਮਿਲ ਆਇਆ, ਤੁਸੀਂ ਵੇਖ ਲਿਆ, ਪਰਸਰਾਮ ਵੀ ਆਇਆ, ਪਰ ਰਾਜਾ ਸੋਚਦਾ ਸੀ ਇੱਕ ਪਰਖ ਕਰਕੇ ਤੇ ਵੇਖਾਂ ਸਾਧੂ ਜੀਵਨ ਕਰਕੇ ਕਿੱਡੇ ਕੁ ਮਹਾਨ ਨੇ। ਜਦੋਂ ਇਹਨਾਂ ਲੜਕੀਆਂ ਦਾ ਜੀਵਨ ਵੇਖਿਆ, ਜੀਵਨ ਦਾ ਕੀ ਫਰਕ ਹੈ। ਅੰਮ੍ਰਿਤ ਛਕਣ ਤੋਂ ਪਹਿਲਾਂ ਅਸੀਂ ਕੀ ਸੀ ਤੇ ਛਕਣ ਤੋਂ ਬਾਅਦ ਕੀ ਆ, ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਉਹੀ ਬੰਦਾ ਜਿਹੜਾ ਸਾਰਾ ਦਿਨ ਨਸ਼ਿਆਂ ਦੀਆਂ ਗੱਲਾਂ ਕਰਦਾ ਸੀ, ਹੁਣ ਨਸ਼ਿਆਂ ਦੇ ਵਿਰੁੱਧ ਬੋਲਦਾ ਹੈ, ਕਹਿੰਦਾ ਪਸੰਦ ਹੀ ਨਹੀਂ ਨੇ ਮੈਨੂੰ। ਜਿਹੜਾ ਦਿਨ ਰਾਤ ਮਾੜੇ ਕੰਮ ਕਰਦਾ ਸੀ, ਮਾੜਾ ਬੋਲਦਾ ਸੀ, ਘੱਟ ਬੋਲਦਾ, ਚੁੱਪ ਰਹਿੰਦਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ, ਕਿੱਡਾ ਬਦਲਾਵ ਜੀਵਨ 'ਚ ਆਇਆ। ਜਦੋਂ ਇੱਕਦਮ ਜੀਵਨ ਦਾ ਬਦਲਾਵ ਦੇਖਿਆ, ਕਹਿੰਦਾ ਚੱਲ ਪਰਸਰਾਮ ਮਹਾਂਪੁਰਖਾਂ ਨੂੰ ਮਿਲ ਆਈਏ, ਉਹਨਾਂ ਦੇ ਦਰਸ਼ਨ ਕਰੀਏ। ਕਾੜ ਨਰਕ ਤੇ ਸੁਰਗ ਪਹੁੰਚਾਏ, ਐਸੋ ਸੰਤ ਭਿਖਿਓ ਨਿਸ ਜਾਏ। ਜਿਸ ਸਾਧੂ ਨੇ ਇਹਨਾਂ ਪਾਪਣਾ ਦੇ ਪਾਪ ਕੱਟ ਕੇ ਇਹਨਾਂ ਨੂੰ ਸਵਰਗੀ ਬਣਾਤਾ, ਜਿਉਂਦੇ ਜੀ ਸੁਖੀ ਬਣਾਤਾ, ਪਰਸਰਾਮ ਉਹ ਸਾਨੂੰ ਵੀ ਤਾਰਨਗੇ। ਚੱਲ ਚੱਲੀਏ। ਭਾਵੇਂ ਕਿ ਪਰਸਰਾਮ ਦੀ ਤੇ ਸ਼ਰਧਾ ਉਦੋਂ ਹੀ ਬਣ ਗਈ ਸੀ ਜਦੋਂ ਬਾਗ ਸੁੱਕੇ ਤੋਂ ਹਰਾ ਹੋ ਗਿਆ। ਜਦੋਂ ਗੁਰੂ ਸਾਹਿਬ ਨੇ ਨਾ ਕੱਪੜੇ ਸਵੀਕਾਰੇ, ਨਾ ਭੋਜਨ ਸਵੀਕਾਰਿਆ, ਨਾ ਪਦਾਰਥ ਸਵੀਕਾਰੇ ਤੇ ਨਾ ਲੜਕੀਆਂ ਵੱਲ ਤੱਕਿਆ। ਪਰਸਰਾਮ ਦਾ ਨਿਸ਼ਚਾ ਬਹੁਤ ਵੱਡਾ ਸੀ। ਫਿਰ ਰਾਜਾ ਇਦਾਂ ਵਾਰ-ਵਾਰ ਕਿਉਂ ਕਰਦਾ ਹੈ? ਕਿਉਂਕਿ ਮਨਸੁਖ ਕਹਿ ਕੇ ਗਿਆ ਸੀ, ਮੇਰਾ ਸਤਿਗੁਰੂ ਬੜਾ ਸੰਤੋਖੀ ਹੈ, ਉਹਦਾ ਸਬਰ ਬਹੁਤ ਵੱਡਾ ਏ, ਕਿਸੇ ਦਾ ਸਬਰ ਪਰਖਣਾ ਬਹੁਤ ਔਖਾ ਹੁੰਦਾ ਏ। ਇਸ ਕਰਕੇ ਰਾਜੇ ਨੇ ਇੰਨੀਆਂ ਕਸਵਟੀਆਂ ਲਾਈਆਂ ਨੇ। ਸੁਨਤ ਭੂਪ ਮਨ ਮੇ ਹਰ ਖਾਨਾ, ਹੈ ਏ ਸ਼੍ਰੀ ਨਾਨਕ ਗਤ ਦਾਨਾ। ਫਿਰ ਰਾਜੇ ਨੇ ਆਪਣੀ ਡਾਇਰੀ ਮੰਗਾਈ, ਜਿਸ ਡਾਇਰੀ ਉੱਤੇ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਲਿਖਿਆ ਸੀ ਨਾ ਵੀ ਇਹ ਬੇਦੀਆਂ ਦੀ ਵੰਸ਼ ਹੈ, ਜਿਨ੍ਹਾਂ ਦੇ ਨਾਲ ਉਹਨਾਂ ਦੇ 2 ਸਾਥੀ ਹੋਣਗੇ, ਨਾਮ ਨਾਨਕ ਹੈ। ਲੈ ਕੇ ਉਹ ਨਾਲ ਤੁਰ ਪਿਆ, ਬੜਾ ਖੁਸ਼ ਹੈ।
ਕਹਿੰਦਾ ਅੱਜ ਮੇਰੇ ਵਿਹੜੇ ਮੇਰੇ ਉਹ ਗੁਰੂ ਨਾਨਕ ਸਾਹਿਬ ਆਏ ਆ ਜਿਨ੍ਹਾਂ ਦੀ ਯਾਦ ਵਿੱਚ ਮੈਂ ਸਦਾ ਹੀ ਜੁੜਿਆ ਰਹਿੰਦਾ। ਬੜੇ ਪਿਆਰ ਨਾਲ ਸਾਦਗੀ ਦੇ ਕੱਪੜੇ ਪਾ ਕੇ ਨੰਗੇ ਪੈਰ ਰਾਜਾ ਆਪਣੇ ਪਰਿਵਾਰ ਦੇ ਸਮੇਤ ਬਾਗ ਵੱਲ ਵਧਿਆ ਏ। ਕਲੀ ਕਾਲ ਕੇ ਪ੍ਰਬਲ ਕੁਚਾਲੇ, ਜਤ ਸਤ ਤੇ ਕੀਆ ਨਰ ਸਭ ਖਲੇ। ਪਰ ਤੁਰਿਆ ਇਹ ਗੱਲਾਂ ਕਰਦਾ ਹੈ, ਕਹਿੰਦਾ ਕਿੱਡਾ ਘੋਰ ਕਲਯੁਗ ਹੈ, ਲੱਖਾਂ ਦੇ ਵਿੱਚੋਂ ਕੇਵਲ ਇੱਕ ਸਤਿਗੁਰ ਹੀ ਪਾਸ ਹੋਏ। ਜਿੰਨੇ ਸਾਧੂ ਆਏ, ਜਿੰਨੇ ਸੰਤ ਆਏ, ਜਿੰਨੇ ਫਕੀਰ ਆਏ, ਸਭ ਔਰਤਾਂ ਅੱਗੇ ਹਾਰ ਗਏ। ਇਹ ਗੱਲ ਤੋਂ ਬੜਾ ਹੈਰਾਨ ਸੀ ਰਾਜਾ ਵੀ ਐਡਾ ਘੋਰ ਕਲਯੁਗ, ਵੱਡੇ ਵੱਡੇ ਧਰਮੀਆਂ ਦੇ ਧਰਮ ਟੁੱਟ ਗਏ ਨੇ। ਬਿਨ ਸ੍ਰੀ ਨਾਨਕ ਕੋਈ ਨਾ ਪੂਰਨ, ਅਸ ਵਿਚਾਰ ਗਮਨਿਓ ਪੁਨ ਤੂਰਨ। ਆਪਣੇ ਸਾਥੀ ਪਰਸਰਾਮ ਨੂੰ ਕਹਿੰਦਾ ਆਉਂਦਾ ਏ, ਮਨਸੁਖ ਸ਼ਾਹੂਕਾਰ ਇਹੀ ਤੇ ਕਹਿੰਦਾ ਸੀ ਮੇਰੇ ਗੁਰੂ ਬਾਬੇ ਤੋਂ ਬਿਨਾ ਕੋਈ ਪੂਰਾ ਹੀ ਨਹੀਂ। ਸਤਿਗੁਰ ਪੂਰਾ ਏ, ਜਿਹਦੇ ਪਰਥਾਏ ਬਾਣੀ ਕਹਿੰਦੀ ਆ ਨਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾਗਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇਤਿਓ ਪੂਰਾ ਹੈ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਕੇਵਲ ਇੱਕ ਗੁਰੂ ਨਾਨਕ ਸਾਹਿਬ ਹੀ ਐਸੇ ਨੇ ਜਿਨ੍ਹਾਂ ਨੇ ਇਸ ਕਲਯੁਗ ਦੇ ਝਮੇਲਿਆਂ ਦੇ ਵਿੱਚ ਆਪਣੇ ਪਿਆਰਿਆਂ ਨੂੰ ਵੀ ਬਚਾਇਆ। ਨਰਕ ਚੋਂ ਕੱਢ ਲੈਂਦੇ ਆਪਣੇ ਸੇਵਕਾਂ ਨੂੰ, ਇੰਨੇ ਪਿਆਰ 'ਚ ਭੇਜਿਆ। ਗੁਰੂ ਸਾਹਿਬ ਦੀ ਮਹਿਮਾ ਕਰਦਾ, ਕਹਿੰਦਾ ਇਹੀ ਗੁਰੂ ਸਾਹਿਬ ਨੇ, ਇਹੋ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਨ੍ਹਾਂ ਨੇ ਕਲਯੁਗ ਨੂੰ ਕਦੇ ਨੇੜੇ ਫਟਕਣ ਨਹੀਂ ਦਿੱਤਾ। ਕਿਉਂਕਿ ਉਹਨੇ ਕਸਵੱਟੀਆਂ ਲਾ ਕੇ ਵੇਖੀਆਂ, ਹਜ਼ਾਰਾਂ ਆਏ ਨਾਨਕ ਬਣ ਕੇ ਜੀ, ਸਾਰੇ ਡੋਲਦੇ ਰਹੇ। ਵਿਸ਼ਵਾਸ ਹੀ ਖਤਮ ਹੁੰਦਾ ਗਿਆ। ਆਹ ਧਰਮੀ ਆ ਵੀ ਡੁੱਬਿਆ, ਆ ਵੀ ਧਰਮੀ ਆ ਵੀ ਡੁੱਬਿਆ, ਆਹ ਧਰਮੀ ਆ ਵੀ ਡੁੱਬਦਾ ਜਾਂਦਾ ਹੈ। ਤੁਹਾਡੇ ਸਾਹਮਣੇ 10 ਬੰਦੇ ਧਰਮ ਨਾਲ ਜੁੜੇ ਮਾੜਾ ਕੰਮ ਕਰਨ, ਤੁਹਾਡਾ ਨਿਸ਼ਚਾ ਰਹੂਗਾ ਜੀ? ਹਾਂ, ਜੇ ਕਿਤੇ ਗੁਰੂ ਸਾਹਿਬ ਦੀ ਕਿਰਪਾ ਹੈ ਤੁਸੀਂ ਫੇਰ ਸੋਚੋਗੇ ਵੀ ਹਾਂ ਸਾਰੇ ਮਾੜੇ ਨਹੀਂ ਹੁੰਦੇ। ਨਹੀਂ ਤੇ ਕਈ ਇਹੋ ਜਿਹੇ ਬਹਿਣਾ 'ਚ ਸਾਡੇ ਪ੍ਰਚਾਰਕ ਵੀ ਬਹਿ ਗਏ ਅੱਜ, ਉਹ ਕਹਿੰਦੇ ਜੀ ਇੱਥੇ ਸਿੱਖੀ ਕੋਈ ਨਹੀਂ, ਵੀ ਆਹ ਕੰਮ ਕਰਨਾ ਸਿੱਖੀ ਨਹੀਂ ਹੈ, ਚਾਹੇ ਕੋਈ ਵਾਲ ਕਟਾਓ ਜੋ ਮਰਜ਼ੀ ਕਰੋ ਸਿੱਖੀ ਹੈ। ਕਿਉਂ ਨੇ? ਕਿਉਂਕਿ ਉਹਨਾਂ ਦਾ ਆਪਣਾ ਜੀਵਨ ਨਹੀਂ ਸੀ। ਜੋ ਸੁਣਦੇ ਰਹੇ ਲੋਕਾਂ ਦੀ ਮੰਝ ਧਾਰ ਵਿੱਚੋਂ ਬਹਿੰਦੇ ਗਏ। ਤੇ ਰਾਜੇ ਦਾ ਜੀਵਨ ਬੜਾ ਵੱਡਾ ਸੀ, ਉਹਨੇ ਪਰਖਿਆ, ਬੜਾ ਕੁਝ ਕਰਕੇ ਵੇਖਿਆ। ਜਦੋਂ ਦੂਰੋਂ ਵੇਖਿਆ ਨਾ ਗੁਰੂ ਸਾਹਿਬ ਬੈਠੇ ਆ, ਰਾਜੇ ਨੂੰ ਬੜੀ ਸ਼ਰਮਿੰਦਗੀ ਹੋਈ ਵੀ ਮੈਂ ਮਹਿਲਾਂ 'ਚ ਬੈਠਾ ਤੇ ਸਾਹਿਬ ਜੀ ਜੰਗਲ 'ਚ ਭੂੰਜੇ ਬੈਠੇ ਰੁੱਖ ਥੱਲੇ ਨੰਗੇ ਪੈਰ। ਛੇਤੀ ਛੇਤੀ ਚੱਲ ਕੇ ਉਸੇ ਪਾਸੇ ਆਇਆ ਏ। ਪੱਗ ਨੰਗੇ ਕਰ ਪ੍ਰੇਮ ਸੁਗਾੜੇ, ਗਇਓ ਸੋ ਗੁਰ ਤਰਵਰ ਤਰ ਠਾਂਡੇ। ਜਿਸ ਰੁੱਖ ਥੱਲੇ ਸਤਿਗੁਰ ਬੈਠੇ ਸੀ, 4 ਦਰਵਾਜ਼ੇ ਇਸ ਬਾਗ ਦੇ ਵੱਡੇ ਆ, 4 ਰਸਤੇ ਆਉਂਦੇ ਆ। ਸਤਿਗੁਰ ਜੀ ਉਸ ਰੁੱਖ ਦੇ ਬਿਲਕੁਲ ਹੇਠਾਂ ਬੈਠੇ ਸੀ, ਜੋ ਵਿੱਚ ਵਿਚਕਾਰ ਸੀ। ਰਾਜਾ ਸਾਹਮਣੇ ਵਾਲੇ ਦਰਵਾਜ਼ੇ ਤੋਂ ਆਇਆ ਨੰਗੇ ਪੈਰ, ਚਰਨਾਂ 'ਚ ਜੋੜਾ ਨਹੀਂ ਆ ਕਿਸੇ ਦੇ, ਪਿਟਾਵਾਂ ਹੱਥਾਂ ਦੇ ਵਿੱਚ ਨੇ, ਅੱਖਾਂ ਵਿੱਚ ਹੰਝੂ ਨੇ, ਇੱਕ ਇੱਕ ਕਦਮ ਤੁਰਦਾ ਏ, ਸ਼ਰਮਿੰਦਾ ਵੀ ਹੁੰਦਾ ਹੈ। ਉਹ ਮਨਾ ਮੇਰਿਆ, ਤੂੰ ਆਪਣੇ ਪਿਆਰੇ ਨੂੰ ਪਰਖੀ ਗਿਆ, ਆਪਣੇ ਰੱਬ ਨੂੰ ਪਰਖਦਾ ਰਿਹਾ, ਪਰ ਫਿਰ ਅੰਦਰੋਂ ਮਨ ਕਹਿੰਦਾ ਹੈ ਮਨਾ ਜੇ ਪਰਖਦਾ ਨਾ ਫਿਰ ਤੈਨੂੰ ਪੂਰਾ ਕਿੱਥੋਂ ਮਿਲਦਾ। ਇਹ ਤੇ ਪਰਖ ਕਰਕੇ ਪਤਾ ਲੱਗਿਆ ਨਾ ਵੀ ਪੂਰੇ ਸਤਿਗੁਰ ਆਏ ਨੇ। ਚੱਲਦਾ ਚੱਲਦਾ ਰਾਜਾ ਸਤਿਗੁਰਾਂ ਦੇ ਕੋਲੇ ਆਇਆ, ਸਾਰੀ ਫੌਜ ਸਾਰੇ ਲੋਕ ਪਿੱਛੇ ਖੜੇ ਆ, ਇਕੱਲਾ ਹੀ ਅੱਗੇ ਆ ਗਿਆ। ਕਿਉਂਕਿ ਗੁਰੂ ਆਏ ਆ, ਸਾਹਿਬ ਆਏ ਆ। ਪਰਸਰਾਮ ਵਰਗੇ ਮੰਤਰੀ ਸੰਤਰੀ ਪਿੱਛੇ ਲੈ ਕੇ ਪਿਟਾਵਾਂ ਖੜੇ ਨੇ। ਜਦੋਂ ਸਤਿਗੁਰਾਂ ਦੇ ਕੋਲ ਆਇਆ, ਗੁਰੂ ਸਾਹਿਬ ਨੇ ਪੈੜ ਚਾਲ ਵੇਖ ਲਈ ਵੀ ਰਾਜਾ ਤੁਰਿਆ ਹੁੰਦਾ ਹੈ। ਰਾਜੇ ਦੇ ਪੈਰਾਂ ਦੀ ਚਾਲ ਜਾਣੀ ਗੁਰੂ ਸਾਹਿਬ ਨੇ। ਦੀਨ ਦੁਨੀਆ ਦੇ ਮਾਲਕ ਸਤਿਗੁਰ ਕਹਿੰਦੇ ਮਰਦਾਨਿਆ ਪਿੱਠ ਕਰ ਲੈ, ਬਾਲਿਆ ਪਿੱਠ ਕਰ ਇਸ ਰਾਜੇ ਤੋਂ ਆਖੋ ਸਤਨਾਮ। ਆ ਬਚਨ ਗੁਰੂ ਸਾਹਿਬ ਨੇ ਕਹਿੰਦੇ ਤੇ ਰਾਜੇ ਨੇ ਸੁਣ ਲਏ, ਸੁਣਾਏ ਆ ਬਾਦਸ਼ਾਹ। ਭਾਈ ਬਾਲਾ ਤੇ ਭਾਈ ਮਰਦਾਨਾ ਕਿੱਡੇ ਪਿਆਰੇ ਸਿੱਖ ਨੇ, ਗੁਰੂ ਦੇ ਘਰ ਰਾਜਾ ਖੜੇ ਆ। ਪਿੱਠ ਕਰਨੀ ਸੌਖੀ ਹੈ ਜੀ? ਇੱਥੇ ਕੋਈ ਲੀਡਰ ਟੁੱਟਿਆ ਜਾ ਜੇ ਤੇ ਸਾਨੂੰ ਕੋਈ ਓਏ ਫੋਟੋ ਤੋਂ ਬਾਹਰ ਆ, ਹਿੰਮਤ ਨਹੀਂ ਹੈ ਸਾਡੀ, ਅਸੀਂ ਬਾਹਰ ਆ ਜਾਈਏ, ਕਿਉਂਕਿ ਚਮਚਾਗਿਰੀ ਨੂੰ ਦਾਗ ਲੱਗ ਜੂਗਾ ਨਾ। ਫਿਰ ਕਿੱਡੇ ਵੱਡੇ ਸਿੱਖ ਹੋਣਗੇ ਜਿਸ ਰਾਜੇ ਦੇ ਰਾਜ ਵਿੱਚ ਗਏ ਆ। ਗੁਰੂ ਸਾਹਿਬ ਕਹਿੰਦੇ ਸਿੱਖੋ ਪਿੱਠ ਕਰੋ, ਤੇ ਰਾਜੇ ਨੂੰ ਪਿੱਠ ਕਰ ਲਈ। ਤੇ ਫਿਰ ਮੇਰੇ ਪਾਤਸ਼ਾਹ ਨੇ ਆਪ ਵੀ ਮੁੱਖ ਫੇਰ ਲਿਆ। ਜਿਸ ਪਾਸੇ ਰਾਜਾ ਖੜਿਆ
ਉਸ ਪਾਸੇ ਸਾਹਿਬਾਂ ਨੇ ਪਿੱਠ ਕਰ ਲਈ ਐ। ਪੀਠ ਕਰੇ ਭੂਪਤ ਕੀ ਓਰਾ, ਤਨਕ ਨ ਚਿਤਵਨ ਹਿਤ ਮੁਖ ਮੋਰਾ। ਪਿਆਰ ਚ ਭਿੱਜਿਆ ਰਾਜਾ, ਅੱਖਾਂ ਚੋਂ ਹੰਝੂ ਵਗਦੇ ਆ, ਤੇ ਗੁਰੂ ਸਾਹਿਬ ਨੇ ਐਸੀ ਪਿੱਠ ਕੀਤੀ, ਮੁੜ ਕੇ ਚੇਤੇ ਵੀ ਨਹੀਂ ਕੀਤਾ ਪਿੱਛੇ ਕੌਣ ਖੜੇ ਆ। ਹਉ ਵਾਰੀ ਮੁਖ ਫੇਰ ਪਿਆਰੇ, ਰੱਬਾ ਮੇਰਿਆ ਮੁਖ ਨਾ ਫੇਰ ਲਈ। ਕਰਵਟ ਦੇ ਭਾਵੇਂ ਤੂੰ ਆਰੇ ਥੱਲੇ ਚੀਰਦੀ, ਪਰ ਕਰਵਟ ਨਾ ਦਈ, ਪਾਸਾ ਨਾ ਮੋੜੀ। ਗੁਰੂ ਸਾਹਿਬ ਨੇ ਪਾਸਾ ਵੱਟ ਲਿਆ ਜੀ, ਪਿੱਠ ਕਰ ਲਈ, ਤੇ ਰੁੱਖ ਦਾ ਜਿੱਧਰ ਤਣਾ ਸੀ ਮਹਾਰਾਜ ਨੇ ਉਸ ਪਾਸੇ ਮੂੰਹ ਕਰ ਲਿਆ। ਬੈਠੇ ਆ, ਭੂੰਜੇ ਹੀ ਬੈਠੇ ਸੀ। ਰਾਜੇ ਦੇ ਹੱਥ ਕੰਬਣ ਲੱਗ ਪਏ। ਕੀ ਗੁਨਾਹ ਹੋ ਗਿਆ ਮਨਾ ਮੇਰਿਆ, ਕੀ ਗਲਤੀ ਐਸੀ ਕਰ ਲਈ? ਰੱਬ ਪਿਆਰਾ ਪ੍ਰੀਤਮ ਸਤਿਗੁਰ ਵਿਹੜੇ ਆਇਆ, ਸੱਜਣ ਹੀ ਤੇਰੇ ਤੋਂ ਨਾਰਾਜ਼ ਹੋ ਗਿਆ ਏ। ਕੀਨ ਡੰਡੋਤ ਭੂਪ ਬਿਦ ਕੀਨੀ, ਬਦੀ ਚਰਨ ਪਰ ਸ਼ਰਦਾ ਹੀ ਕੀ। ਬੜੇ ਸ਼ਰਧਾ ਦੇ ਨਾਲ ਰਾਜੇ ਨੇ ਨੇੜੇ ਹੋ ਕੇ ਸਤਿਗੁਰਾਂ ਦੀ ਪਿੱਠ ਵਾਲੇ ਪਾਸਾ ਮੱਥਾ ਟੇਕਤਾ। ਹੁਣ ਦਿਲ ਤੇ ਕਰਦਾ ਹੈ, ਚਰਨ ਫੜਨ ਆਇਆ ਸੀ, ਪਰ ਗੁਰੂ ਸਾਹਿਬ ਨੇ ਤੇ ਪਿੱਠ ਕਰ ਲਈ ਹੈ। ਸਾਹਮਣੇ ਰੁੱਖ ਹੈ, ਜਿੱਧਰ ਮਰਜ਼ ਦਾ ਮੁੱਖ ਹੈ। ਕਹਿੰਦੇ ਪਿੱਛੋਂ ਨਮਸਕਾਰ ਕੀਤੀ, ਪਤਾ ਲੱਗਦਾ ਮੱਥਾ ਟੇਕਦਾ, ਬੇਨਤੀਆਂ ਕਰਦਾ, ਰੋਂਦਾ ਪਿੱਠ ਪਿੱਛੇ। ਪਰ ਗੁਰੂ ਬਾਬਾ ਜੀ ਨੇ ਇੱਕ ਵਾਰ ਵੀ ਇਦਾਂ ਨਹੀਂ ਵੇਖਿਆ ਵੀ ਰਾਜਾ ਖੜਿਆ। ਕੋਈ ਹੈ ਅੱਜ ਦੇ ਸਮੇਂ ਇਹੋ ਜਿਹਾ ਸਾਧ, ਇਹੋ ਜਿਹਾ ਸਾਧੂ, ਐਸਾ ਫਕੀਰ, ਕੋਈ ਸਮੇਂ ਦਾ ਮੰਤਰੀ ਸੰਤਰੀ ਖੜਿਆ ਹੋਵੇ ਤੇ ਬਾਬਾ ਆਖੇ ਮੈਂ ਨਹੀਂ ਮਿਲਣਾ। ਸੀ ਕੋਈ ਸਾਧੂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਖੜੇ ਰਹਿੰਦੇ ਸੀ ਬਾਹਰ, ਮੰਤਰੀ ਸੰਤਰੀ ਸਮੇਂ ਨਾਲ ਹੀ ਆਉਂਦੇ ਸੀ। ਕਹਿੰਦੇ ਜਿਹਨੇ ਮਿਲਣਾ ਉੱਥੇ ਆਇਓ, ਇੱਥੇ ਕੋਈ ਰੌਲਾ ਨਹੀਂ। ਤੇ ਅੱਜ ਕੱਲ੍ਹ ਵਾਲੇ ਹੂਟਰ ਲਾਲਾ ਪਿੱਛੇ ਤੁਰੇ ਫਿਰਦੇ, ਕਿਤੇ ਮੰਤਰੀ ਸਾਹਿਬ ਚਾਹ ਵੀ ਨਾ ਲੰਘ ਜਾ, ਚਮਚਾਗਰੀਆਂ, ਪਖੰਡਵਾਦ, ਦਿਖਾਵਾ। ਪਰ ਗੁਰੂ ਸਾਹਿਬ ਨੇ ਜਿਸ ਵੇਲੇ ਰਾਜੇ ਵੱਲ ਪਿੱਠ ਕੀਤੀ ਤੇ ਰਾਜਾ ਕੰਬੇ, ਉਹ ਇੱਥੇ ਰਾਜਿਆਂ ਤੋਂ ਅੱਜ ਦੇ ਧਾਰਮਿਕ ਲੋਕ ਕੰਬਦੇ ਆ। ਰਾਜੇ ਨੇ ਮਿਹਨਤ ਕੀਤੀ, ਪਾਤਸ਼ਾਹ ਬਖਸ਼ ਲਓ, ਮੇਰੇ ਤੋਂ ਕੋਈ ਗੁਨਾਹ ਹੋਇਆ ਹੋਣਾ। ਬੰਦ ਹੱਥ ਹੋਇਓ ਪੁਨ ਠਾਂਡਾ, ਡੋਲਿਓ ਹਿਰਦੇ ਨਾ ਨਿਸ਼ਚਾ ਗੰਡਾ। ਪਰ ਰਾਜੇ ਦਾ ਪਿਆਰ ਤੇ ਸੱਚਾ ਸੀ, ਹੱਥ ਜੋੜ ਕੇ ਖੜਾ ਰਿਹਾ। ਕਹਿੰਦਾ ਪਿਆਰਿਆ ਕੋਈ ਨਹੀਂ, ਅੱਧਾ ਘੰਟਾ ਨਹੀਂ ਵੇਖੇਗਾ, 1 ਘੰਟਾ ਨਹੀਂ ਵੇਖੇਗਾ, 2 4 5 ਘੰਟੇ ਇੱਥੇ ਹੀ ਖੜੇ ਹਾਂ। ਹੱਥ ਜੋੜ ਕੇ ਬੋਲਿਆ ਕੁਛ ਨਹੀਂ, ਚੁੱਪਚਾਪ ਖੜਿਆ ਰਿਹਾ, ਚੁੱਪਚਾਪ। ਸਹਿਨਸ਼ੀਲਤਾ ਗੱਡੀ ਹੈ। ਤੇ ਆਪਾਂ ਜਾਈਏ ਸੱਚਖੰਡ ਹਰਿਮੰਦਰ ਸਾਹਿਬ, ਲੱਗੀ ਹੋਵੇ ਲੈਣ, ਪਹਿਲਾਂ ਤੇ ਮੱਥਾ ਟੇਕਣ ਨਹੀਂ ਚਾਹੀਦਾ। ਜੇ ਵੜੀਏ ਜਾਂ ਸ਼ਾਰਟਕਟ ਲੱਭਾਂਗੇ ਜਾਂ ਦੇ ਧੱਕੇ ਤੇ ਧੱਕਾ, ਅੱਗੇ ਹੋ, ਮੈਂ ਪਹਿਲਾਂ ਮੱਥਾ ਟੇਕਣਾ। ਸਹਿਨਸ਼ੀਲਤਾ ਨਹੀਂ ਹੈ ਸਾਡੇ 'ਚ, ਸੰਜਮ ਨਹੀਂ ਆ ਸਾਡੇ 'ਚ। ਪਰ ਰਾਜੇ 'ਚ ਦੇਖੋ ਸਹਿਨਸ਼ੀਲਤਾ ਕਿੰਨੀ, ਕਿਉਂਕਿ ਜਿਹਦੇ ਅੰਦਰ ਪ੍ਰੀਤ ਹੋਊਗੀ ਨਾ, ਸਾਨੂੰ ਤੇ ਕਹਿਣਾ ਪੈਂਦਾ ਹੈ ਹੌਸਲਾ ਰੱਖ, ਧੀਰਜ ਰੱਖ। ਰੱਬ ਦੇ ਪਿਆਰਿਆਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਹੌਸਲਾ ਰੱਖ, ਹੌਸਲਾ ਪਹਿਲਾਂ ਹੀ ਬਹੁਤ ਵੱਡਾ ਹੁੰਦਾ ਹੈ। ਇਹ ਚੀਜ਼ਾਂ ਸਿਖਾਏ ਤੋਂ ਥੋੜ੍ਹਾ ਆਉਂਦੀਆਂ ਨੇ, ਅੰਦਰੋਂ ਪ੍ਰਗਟ ਹੁੰਦੀਆਂ। ਹੌਸਲਾ, ਬੇਈਮਾਨੀ, ਠੱਗੀ, ਸੱਚ, ਝੂਠ, ਨਫ਼ਰਤ, ਪਿਆਰ, ਗੁਣ ਬਾਹਰੋਂ ਥੋੜ੍ਹੀ ਆਉਂਦੇ ਆ, ਸਾਡੇ ਹੀ ਅੰਦਰ ਨੇ, ਅੰਦਰ ਹੀ ਨੇ ਸਾਰਾ ਕੁਝ। ਜਦੋਂ ਪ੍ਰਗਟ ਅੰਦਰੋਂ ਹੋ ਗਿਆ, ਜਿਸ ਬੰਦੇ ਨੇ ਜ਼ਿੰਦਗੀ 'ਚ ਕਿਸੇ ਨੂੰ ਪਿਆਰ ਨਹੀਂ ਕੀਤਾ, ਅੱਜ ਉਹ ਕਿਸ ਉਮਰ ਵਿੱਚ ਆ ਕੇ ਵੀ ਪ੍ਰੇਮ ਕਰੇ। ਜਿਹਨੇ ਕਦੇ ਬੱਚਿਆਂ ਨੂੰ ਮੋਹ ਨਹੀਂ ਕੀਤਾ, ਲੋਕਾਂ ਦੇ ਬੱਚੇ ਗੋਦ ਲਈ ਜਾਂਦਾ ਹੈ। ਅੰਦਰੋਂ ਹੀ ਪ੍ਰਗਟ ਆ ਨਾ, ਬਾਹਰੋਂ ਕੀ ਹੈ? ਬਾਹਰੋਂ ਤੇ ਕੁਝ ਵੀ ਨਹੀਂ। ਰਾਜਾ ਚੁੱਪਚਾਪ ਖੜਿਆ ਰਿਹਾ ਬੜੇ ਧੀਰਜ ਨਾਲ, ਕਿਉਂਕਿ ਬੰਦਗੀ ਕਰਦਾ ਹੈ। ਹੌਸਲਾ ਸੀ, ਹੱਥ ਜੋੜ ਕੇ 2 ਘੰਟੇ ਲੰਘ ਗਏ, ਪਰ ਗੁਰੂ ਬਾਬਾ ਜੀ ਨੇ ਪਿੱਛੇ ਪਰਤ ਕੇ ਵੇਖਿਆ ਹੀ ਨਾ। ਸ਼੍ਰੀ ਗੁਰਮੁਖ ਤੇ ਤੂਸਨ ਥਾਨੇ, ਕਛ ਨਾ ਭੂਪ ਸੰਗ ਬੋਲੇ ਬਾਨੀ। ਭਾਈ ਬਾਲਾ ਜੀ ਕਹਿੰਦੇ ਇੰਨਾ ਸਮਾਂ ਸਤਿਗੁਰ ਚੁੱਪ ਰਹੇ। ਰਾਜੇ ਤਾਈਂ ਗੁਰੂ ਸਾਹਿਬ ਨੇ ਇੱਕ ਸ਼ਬਦ ਵੀ ਨਹੀਂ ਆਖਿਆ, ਇਹ ਵੀ ਨਹੀਂ ਕਿਹਾ ਚਲਿਆ ਜਾ, ਇੱਥੇ ਕੀ ਕਰਦਾ। ਕਈ ਕਹਿ ਦਿੰਦੇ ਆ ਨਾ ਵੀ ਜਾ ਭੱਜ, ਇੱਥੇ ਕੀ ਕਰਨਾ ਹੈ। ਨਾ ਉਹਨੂੰ ਆਉਣ ਨੂੰ ਕਿਹਾ, ਨਾ ਬਹਿਣ ਨੂੰ ਕਿਹਾ, ਨਾ ਬੁਲਾਇਆ, ਨਾ ਕੁਝ ਮੰਗਿਆ, ਤੇ ਨਾ ਕਿਹਾ ਰਾਜਨ ਚਲਿਆ ਜਾ ਇੱਥੋਂ। ਚੁੱਪ ਰਹੇ। ਕਹਿੰਦੇ ਇੰਨੇ ਸਮੇਂ ਵਿੱਚ ਸਤਿਗੁਰਾਂ ਨੇ ਸਾਨੂੰ ਵੀ ਨਹੀਂ ਬੁਲਾਇਆ। ਭਾਈ ਬਾਲਾ ਤੇ ਮਰਦਾਨਾ ਉਹ ਦਿਲਾਂ ਦੀਆਂ ਗੁਰੂ ਪਾਤਸ਼ਾਹ ਤੇ ਜਾਣਦੇ ਆ। ਅਸੀਂ ਵੀ ਕਹਿੰਦੇ ਅਡੋਲ ਬੈਠੇ ਰਹੇ ਵੀ ਪਾਤਸ਼ਾਹ ਦੀ ਮੌਜ ਹੈ। ਐਡਾ ਸਮਰਪਿਤ ਜੀਵਨ ਕਿਹਦਾ ਹੋ ਸਕਦਾ ਹੈ? ਅਸੀਂ ਤੇ ਅੱਧਾ ਘੰਟਾ ਸਤ ਸੰਗਤ 'ਚ ਨਹੀਂ ਬਹਿ ਸਕਦੇ, ਗੋਡੇ ਦੁਖਣ ਲੱਗ ਜਾਂਦੇ ਆ।
ਜਾਂ ਮਨ ਥੱਕ ਜਾਂਦਾ ਬੈਠੀਆਂ ਬੈਠੀਆਂ ਵੀ ਬਹੁਤ ਸੁਣ ਲਿਆ ਕੀਰਤਨ, ਚੱਲੀਏ ਘਰ ਨੂੰ, ਰਹਿ ਰਸ ਦਾ ਭੋਗ ਕਦੋਂ ਪਊਗਾ। ਪਰ ਜਦੋਂ ਕਈ ਘੰਟੇ ਮਰਦ ਬੈਠੇ ਰਹੇ, 3 ਘੰਟਿਆਂ ਦਾ ਸਮਾਂ ਹੋ ਗਿਆ, ਇੱਕ ਪਹਿਰ ਲੰਘ ਗਿਆ, 3 ਘੰਟੇ ਗੁਰੂ ਸਾਹਿਬ ਨੇ ਬੁਲਾਇਆ ਨਾ ਤੇ ਰਾਜਾ ਵੀ ਬੋਲਿਆ ਨਾ। ਜਬ ਇਉ ਬੀਤੇ ਜਾਮ ਅਟਾਈ, ਡੋਲਿਓ ਨਾ ਸੋਏ ਰਹੋ ਥਿਰ ਥਾਈ। ਪਰਖ ਦੀ ਕਸਵੱਟੀ ਰਾਜੇ ਉੱਤੇ ਚੱਲ ਰਹੀ ਹੈ, ਕਿਉਂਕਿ ਰਾਜੇ ਨੇ ਆਪਣੀ ਚਾਹ 'ਚ ਬੜੀਆਂ ਪਰਖਾਂ ਗੁਰੂ ਤੇ ਕਰ ਲੀਆਂ। ਜਦੋਂ ਰਾਜੇ ਨੇ ਗੁਰੂ ਨੂੰ ਪਰਖਿਆ, ਗੁਰੂ ਨੇ ਮਾੜਾ ਨਹੀਂ ਨਾ ਕਿਹਾ। ਅੱਜ ਗੁਰੂ ਪਰਖਦੇ ਆ। 2.5 ਪਹਿਰ ਰਾਜਾ ਖੜਿਆ ਰਿਹਾ, 2.5 ਪਹਿਰ ਰਾਜਾ। ਇਹ ਨਹੀਂ ਆ ਕੋਈ ਦਿਹਾੜੀਦਾਰ ਖੜਾ ਤੇ ਖੜਾ ਰਵੇ, ਸਾਨੂੰ ਕੀ। ਰਾਜਾ ਖੜਿਆ, 2.5 ਪਹਿਰ ਦੇ ਕਿੰਨੇ ਘੰਟੇ ਬਣੇ? ਇੱਕ ਪਹਿਰ 'ਚ 3, 2 'ਚ 6 ਹੋ ਗਏ। ਭਾਵ 7.5 ਘੰਟੇ ਰਾਜਾ ਚੁੱਪਚਾਪ ਪੱਬਾਂ ਭਾਰ ਖੜਿਆ। ਖੜ ਜੂ ਕੋਈ, ਸਰੀਰ ਦੁਖਣ ਲੱਗ ਜਾਂਦਾ ਇੱਕ ਥਾਂ ਤੇ ਖੜਿਆ। ਕਰਬਟ ਮਾਰੀ ਦੀ ਹੈ, ਉੱਠੀ ਬੈਠੀ ਤੇ ਲੱਤਾਂ ਹਲਾਈ ਦੀਆਂ ਨੇ, ਨਹੀਂ ਹਿਲਿਆ। ਪਿੱਛੇ ਵਾਲੇ ਥੱਕੇ ਹੋਏ ਆ, ਕੋਈ ਉੱਠ ਜਾਂਦਾ ਕੋਈ ਬਹਿ ਜਾਂਦਾ, ਪਰ ਰਾਜਾ ਪੱਥਰ ਬਣ ਕੇ ਖੜਿਆ ਉੱਥੇ ਹੀ। 7.5 ਘੰਟੇ ਗਰੀਬ ਨਵਾਜ ਸਤਿਗੁਰੂ ਖਾਮੋਸ਼ ਰਹੇ, ਨਾ ਬੋਲਿਆ ਨਾ ਕਿਸੇ ਨੂੰ ਬੁਲਾਇਆ ਏ। ਅਬ ਬੋਲੇ ਸ੍ਰੀ ਗੁਰੂ ਮੁਕੰਦਾ, ਹੈ ਭੂਪਤ ਤੁਜ ਕੁਸ਼ਲ ਆਨੰਦਾ। ਜਦੋਂ 7.5 ਘੰਟੇ ਲੰਘੇ, 2.5 ਪਹਿਰ ਲੰਘੇ ਨਾ, ਫਿਰ ਗੁਰੂ ਸਾਹਿਬ ਨੂੰ ਤਰਸ ਆਇਆ। ਜਾਣਦੇ ਆ ਇਹਦਾ ਪਿਆਰ ਸੱਚਾ ਸੀ ਤਾਂ ਖੜਿਆ, ਕਿਉਂਕਿ ਰਾਜੇ ਦੀ ਪ੍ਰੀਤ ਪਤਾ ਕੈਸੀ। ਬਾਣੀ ਲਿਖਦੀ ਹੈ, ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ। ਮੈਂ ਤੇਰੇ ਨਾਲ ਸੱਚੀ ਪ੍ਰੀਤ ਜੋੜੀ ਹੈ। ਜੋੜੀ ਕਦੋਂ ਹੈ? ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੁਣ ਮੈਂ ਦੁਨੀਆ ਤੋਂ ਆਪਣੀ ਪ੍ਰੀਤੀ ਤੋੜ ਲਈ, ਮੈਨੂੰ ਫਿਕਰ ਹੀ ਨਹੀਂ ਕਿਸੇ ਦਾ। ਤੂੰ ਰੁੱਸੇ ਭਾਵੇਂ ਮੰਨੇ, ਮੈਨੂੰ ਫਰਕ ਨਹੀਂ, ਮੈਂ ਖੜਿਆ ਤੇਰੇ ਦੁਆਰੇ। ਖੜਿਆ ਰਿਹਾ। ਫਿਰ ਮਰਜ ਆਪ ਬੋਲੇ, ਕਹਿੰਦੇ ਪਿਆਰੇ ਰਾਜਨ ਸ਼ਿਵ ਨਾਵ, ਭਾਈ ਸੁੱਖ ਸਾਂਦ ਹੈ ਤੇਰੇ। ਇਦਾਂ ਹੀ ਬੈਠੇ ਪਿੱਠ ਕੀਤੀ ਹੋਈ ਰਾਜੇ ਵੱਲ। ਰਾਜਾ ਪਿੱਛੇ ਖੜਿਆ, ਮਿੱਠੀ ਆਵਾਜ਼ 'ਚ ਬੋਲੇ, ਕਹਿੰਦੇ ਰਾਜੇ ਆ ਸੁਖੀ ਹੈ ਤੂੰ, ਪਰਿਵਾਰ ਠੀਕ ਹੈ ਤੇਰਾ? ਮੁਕਤੀ ਦੇ ਦਾਤੇ ਕਹਿੰਦੇ ਆ। ਉਹ ਜਦੋਂ ਰਾਜੇ ਨੇ ਸਤਿਗੁਰਾਂ ਦੇ ਬਚਨ ਸੁਣੇ, ਭੁੱਬਾਂ ਨਿਕਲ ਗਈਆਂ। ਕਹੋ ਆਪਣੀ ਮਨ ਅਬਲਖ, ਖਰੋ ਹੋਣ ਜਾਂਤੀ ਪ੍ਰਣ ਰੱਖ। ਦੀਨ ਦੁਨੀਆ ਦੇ ਮਾਲਕ ਕਹਿੰਦੇ, ਦੱਸ ਤੇਰੇ ਦਿਲ ਦੀ ਇੱਛਾ ਕੀ ਹੈ? ਕੀ ਮੰਗਣ ਆਇਆ ਤੂੰ ਇੱਥੇ? ਰਾਜਾ ਨਹੀਂ ਬੋਲਿਆ, ਰੋ ਰਿਹਾ। ਸਤਿਗੁਰ ਕਹਿੰਦੇ, ਐਡਾ ਵੱਡਾ ਪ੍ਰਣ ਕਰਕੇ ਹੱਠ ਕਰਕੇ ਖੜੇ ਆ, ਅਸੀਂ ਸੋਚਿਆ ਚਲੇ ਜਾਏਗਾ। ਮਿਲਦਾ ਕਿਹਨਾਂ ਨੂੰ ਹੈ? ਜਿਨ੍ਹਾਂ ਪ੍ਰੇਮ ਦਾ ਹੱਠ ਕੀਤਾ। ਕੱਲੇ ਹੱਠ 'ਚ ਨਹੀਂ ਮਿਲਦਾ। ਭਰੋਸਾ ਸੀ ਰਾਜੇ ਨੂੰ, ਬੁਲਾਉਣਗੇ ਬੋਲਣਗੇ, ਪਰ ਮੈਂ ਨਹੀਂ ਜਾਣਾ। ਜੇ ਰਾਜਾ ਚੁੱਪ ਕਰਕੇ ਮਹਿਲਾਂ 'ਚ ਬਹਿ ਜਾਂਦਾ ਵੀ ਮੈਂ ਕੀ ਲੈਣਾ, ਫਿਰ ਰੱਬ ਨੇ ਕੀ ਲੈਣਾ ਸੀ। ਪਰ ਉਹ ਖੜਾ ਰਿਹਾ ਨਾ, ਉਹ ਨਹੀਂ ਗਿਆ। ਉਹ ਕਹਿੰਦਾ ਪਿਆਰ ਮੈਂ ਕਰਦਾ, ਰੱਬਾ ਤੂੰ ਕਰ ਨਾ ਕਰ। ਸਾਡਾ ਪਿਆਰ ਕਿੱਦਾਂ ਦਾ ਹੈ ਵੀ ਮੈਂ ਪਿਆਰ ਕਰਦਾ ਤੂੰ ਵੀ ਕਰਿਆ ਕਰ। ਇਹ ਸਾਡੀਆਂ ਸ਼ਰਤਾਂ ਨੇ। ਅਸੀਂ ਗੁਰੂ ਨੂੰ ਕਹਿੰਦੇ ਆ, ਮਰਜ ਅਸੀਂ ਤੈਨੂੰ ਪਿਆਰ ਕਰਦੇ ਹਾਂ, ਤੂੰ ਵੀ ਸਾਨੂੰ ਕਰਿਆ ਕਰ। ਮਰਜ ਮੈਂ ਬੇਨਤੀ ਕਰਦਾ, ਤੂੰ ਮੇਰੀ ਸੁਣਿਆ ਕਰ। ਇਹ ਪਿਆਰ ਥੋੜ੍ਹੀ ਹੈ। ਪਿਆਰ ਤੇ ਪ੍ਰੀਤ ਕਹਿੰਦੀ ਹੈ, ਮੈਂ ਪ੍ਰੇਮ ਅੱਜ ਵੀ ਕਰਦਾ, ਕੱਲ ਵੀ ਕਰਦਾ, ਸਦਾ ਕਰੂੰ, ਤੂੰ ਕਰੀ ਨਾ ਕਰੀ ਮੈਨੂੰ ਫਰਕ ਨਹੀਂ। ਚੰਦਰਮਾ ਨੂੰ ਚਕੋਰ ਪ੍ਰੀਤ ਕਰਦੀ ਹੈ, ਪਿਆਰ ਕਰਦੀ। ਬਾਣੀ ਵੀ ਉਹਨਾਂ ਦੇ ਫੈਸਲੇ ਦੇ ਰਹੀ ਹੈ। ਪਰ ਕਦੇ ਉਸ ਚਕੋਰ ਨੇ ਕਿਹਾ ਮੈਨੂੰ ਚੰਦ ਪਿਆਰ ਨਹੀਂ ਕਰਦਾ? ਨਹੀਂ, ਉਹਨੂੰ ਫਰਕ ਹੀ ਨਹੀਂ। ਉਹ ਤੇ ਛੁਪ ਜਾਂਦਾ ਬੱਦਲਾਂ ਦੇ ਥੱਲੇ। ਭੌਰਾ ਫੁੱਲ ਨੂੰ ਪਿਆਰ ਕਰਦਾ ਹੈ, ਉਹੀ ਫੁੱਲ ਜਾਨ ਲੈਂਦਾ। ਕਦੇ ਭੌਰੇ ਨੇ ਨਹੀਂ ਕਿਹਾ ਵੀ ਮੈਂ ਪਿਆਰ ਕਰਦਾ, ਮੈਨੂੰ ਪੁੱਛਦਾ ਹੀ ਨਹੀਂ। ਪਤੰਗੇ ਲਾਈਟਾਂ ਜਗਾਓ, ਰਾਤ ਨੂੰ ਪਤਾ ਲੱਗ ਜਾਣਾ ਕਿੱਦਾਂ ਆਪਣੇ ਖੰਭ ਸਾੜ ਲੈਂਦੀ, ਅੱਗ ਉੱਤੇ ਸੜ ਜਾਂਦੇ ਆ। ਉਹਨਾਂ ਕਦੇ ਨਹੀਂ ਕਿਹਾ ਅਸੀਂ ਇਹਨੂੰ ਪਿਆਰ ਕਰਦੇ ਹਾਂ ਤੇ ਅੱਗ ਸਾਨੂੰ ਸਾੜੀ ਜਾਂਦੀ ਹੈ। ਪ੍ਰੇਮ ਤੇ ਇਹ ਹੈ, ਅੱਗੋਂ ਆਸ ਨਹੀਂ ਰੱਖਣੀ, ਅੱਗੋਂ ਚਾਹਤ ਨਹੀਂ ਰੱਖਣੀ। ਤੇ ਐਸਾ ਪ੍ਰੇਮ ਕਰਦਾ ਸੀ ਰਾਜਾ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਦਾ, ਉਹ ਮੈਨੂੰ ਕਰਨ ਨਾ ਕਰਨ। ਇਹ ਆਸ ਨਹੀਂ ਸੀ ਉਹਦੀ। ਤਾਂ ਹੀ ਸਤਿਗੁਰ ਬੋਲੇ, ਉਹਦਾ ਸੰਜਮ ਵੇਖ ਕੇ ਵੀ ਇਹ ਪਿਆਰ ਦੁਨੀਆ ਭੁਲਾ ਕੇ ਕਰਦਾ ਹੈ। ਇਹਨੇ ਪਖੰਡ ਵਿੱਚ ਆ ਕੇ ਆਪਣਾ ਆਪ ਨਹੀਂ ਡੁਲਾਇਆ। ਕਦੇ ਇਹੀ ਰਾਜਾ ਸੀ ਜਿਹੜਾ ਵਰਤ ਰਖਾਉਂਦਾ ਸੀ, ਇਕਾਦਸ਼ੀ ਰਖਾਉਂਦਾ ਸੀ। ਇੱਕ ਗੁਰੂ ਕਾ ਸਿੱਖ ਪਿਆਰਾ ਮਿਲਿਆ, ਉਹ ਜੁੜਿਆ ਹੋਇਆ ਐਸਾ ਜੁੜ ਗਿਆ, ਅੱਜ ਰੱਬ ਆਪ ਚੱਲ ਕੇ ਆ ਗਿਆ। ਤੇ ਰੱਬ ਜੀ ਕਹਿੰਦੇ ਪਿਆਰਿਆ ਮੰਗ ਲੈ ਕੁਛ।
ਰਾਜਿਆ ਤੇਰੇ ਬਾਗ 'ਚ ਬੈਠੇ ਆ, ਅੱਜ ਜੋ ਮੰਗੇਗਾ ਤੈਨੂੰ ਉਹ ਹੀ ਦੇਾਂਗੇ। ਇਹ ਵੀ ਪਰਖ ਹੈ। ਤੇ ਜੇ ਰਾਜਾ ਕਹਿੰਦਾ ਮਹਾਰਾਜ ਮੇਰਾ ਰਾਜ ਵੱਡਾ ਕਰ ਦਿਓ ਜੀ, ਮੇਰੇ ਕੋਲ ਰਹਿ ਕੇ ਜਾਓ ਜੀ, ਉਹਨਾਂ ਦੇ ਕੀ ਕਹਿਣਾ ਸੀ, ਚੰਗਾ ਭਾਈ ਅਸੀਂ ਚੱਲੇ। ਇੰਨੀਆਂ ਮਿਹਨਤਾਂ ਕੀਤੀਆਂ, ਸਾਰੀ ਜ਼ਿੰਦਗੀ ਰੱਬ ਧਿਆਇਆ, ਜੇ ਰੱਬ ਧਿਆ ਕੇ ਰੱਬ ਖੁਸ਼ ਹੋਇਆ ਤੇ ਮੰਗਿਆ ਕੀ, ਬਾਬਾ ਜੀ 5 ਕਿੱਲੇ ਜ਼ਮੀਨ ਦੇ ਦਿਓ। ਇਹ ਕੀ ਮੰਗੀ ਬੈਠੇ, PR ਦਵਾ ਦਿਓ ਜੀ, ਇਹ ਮੰਗਾਂ ਨੇ ਕੋਈ? ਇਹ ਤੇ ਨਾਸਤਕ ਲੋਕਾਂ ਦੀਆਂ ਵੀ ਪੂਰੀਆਂ ਹੋਈ ਜਾਂਦੀਆਂ ਨੇ। ਇੱਥੇ ਮੇਰੇ ਵਰਗਾ ਅਰਦਾਸ ਕਰਾ ਕੇ PR ਮੰਗਦਾ, ਸਿਟੀਜ਼ਨਸ਼ਿਪ, ਤੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਵੀ ਪੱਕੇ ਹੋਏ ਫਿਰਦੇ ਬਾਹਰ। ਉਹ ਕੀ ਹੈ? ਉਹਨਾਂ ਦਾ ਵੀ ਸਾਰਾ ਕੁਝ ਹੈ। ਮੰਗਣਾ ਸੀ ਰੱਬ ਦੇ ਕੋਲੋਂ ਉਹਦੀ ਬੰਦਗੀ, ਉਹਦਾ ਪਿਆਰ, ਜਿਹਦੇ ਨਾਲ ਤੂੰ ਹੋਏਗਾ ਉਹਨੂੰ ਲੋੜ ਹੈ ਕਿਸੇ ਦੀ? ਸੋਚੋ, ਰੱਬ ਜਿਹਦੇ ਨਾਲ ਹੈ ਜੀ, ਉਹਨੂੰ ਮੰਗਣ ਦੀ ਲੋੜ ਪਊਗੀ। ਉਹ ਆਪਣੇ ਪਿਆਰੇ ਨੂੰ ਮੰਗਣ ਜੋਗਾ ਕਰੇਗਾ ਵੀ ਜਾਂ ਦਰ ਦਰ ਤੇ ਹੱਥ ਅੱਡਿਆ ਕਰ। ਉਹ ਜਿਹਦਾ ਸਾਹਿਬ ਡਾਢਾ ਹੁੰਦਾ ਨਾ, ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਜਾ ਕਾ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਕਹਿੰਦੇ ਜਿਹਦਾ ਠਾਕੁਰ ਸੱਜਣ ਵਾਹਿਗੁਰੂ ਵੱਡਾ ਨਾ, ਐਕਚੁਅਲ 'ਚ ਵੱਡਾ ਏ, ਉਹ ਕਿਸੇ ਅੱਗੇ ਹੱਥ ਨਹੀਂ ਅੱਡਦਾ, ਕਿਸੇ ਕੋਲ ਮੰਗਣ ਦੀ ਇੱਛਾ ਨਹੀਂ ਰੱਖਦਾ। ਉਹ ਕਹਿੰਦਾ ਮੇਰਾ ਸੱਜਣ ਐਡਾ ਡਾਢਾ, ਜੇ ਮੈਂ ਮੰਗੂ ਲਾਜ ਉਹਨੂੰ ਲੱਗੂ। ਅਗਲਾ ਕਹਿੰਦਾ ਲੈ ਰੱਬ ਦਾ ਪਿਆਰਾ ਮੰਗਤਾ ਬਣਿਆ ਫਿਰਦਾ, ਉਹ ਤੇ ਦਾਤਾ ਏ, ਉਹ ਤੇ ਦਾਨੀ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਸਾਹਮਣੇ ਰਾਜਾ ਖੜਿਆ ਰੋਵੇ। ਗੁਰੂ ਸਾਹਿਬ ਕਹਿੰਦੇ ਅੱਜ ਮੰਗ ਲਾ, ਤੇਰੇ ਕੋਲ ਮੌਕਾ ਏ। ਪਰਖ ਸੀਏ, ਰਾਜੇ ਨੇ ਕੁਛ ਵੀ ਨਹੀਂ ਮੰਗਿਆ। ਉਹ ਤੇ ਅਥਰੂ ਇਸ ਕਰਕੇ ਵਹਾਉਂਦਾ ਵੀ ਮੈਂ ਪਰਖਦਾ ਰਿਹਾ ਰੱਬ ਨੂੰ, ਕੱਚਿਆਂ ਨੂੰ ਪਰਖਦਾ ਪਰਖਦਾ ਮੈਂ ਪੱਕੇ ਨੂੰ ਵੀ ਪਰਖੀ ਗਿਆ। ਉਹਨੇ ਉਸੇ ਵੇਲੇ ਨਾ ਆਪਣੀ ਡਾਇਰੀ ਖੋਲ੍ਹ ਕੇ ਵੇਖੀ, ਮਨ 'ਚ ਖਿਆਲ ਆਇਆ ਇਹਨਾਂ ਫਕੀਰਾਂ ਨੇ ਮੁਖੜਾ ਤੇ ਵਿਖਾਇਆ ਨਹੀਂ, ਜੋ ਲਿਖਿਆ ਉਹ ਪੁੱਛ ਹੀ ਲਵਾਂ। ਦੋਹਰ ਬੇਦੀ ਖਤਰੀ ਜਾਤ ਜੋ, ਨਾਨਕ ਨਾਮ ਅਨੂਪ, ਮਨ ਸੁਖ ਕੋ ਬੂਝਨ ਕਰੇ, ਲਿਖ ਲੈਨੀ ਤਬ ਭੂਪ। ਗੁਰੂ ਸਾਹਿਬ ਕਹਿੰਦੇ ਆਇਆ ਕਿਵੇਂ ਆ ਤੂੰ ਭਾਈ? ਆਪਣੀ ਖੋਲ ਕੇ ਕਾਪੀ ਰਾਜਾ ਕਹਿੰਦਾ ਮੈਂ ਮਨ ਸੁਖ ਸ਼ਾਹੂਕਾਰ ਪਿਆਰੇ ਦਾ ਸੰਗ ਕੀਤਾ ਹੈ। ਸਾਹਿਬ ਜੀ ਤੁਹਾਡਾ ਸਿਰਨਾਮਾ ਮੈਨੂੰ ਉਹ ਦੇ ਕੇ ਗਿਆ। ਦੇਖੋ ਸਿੱਖ ਦੀ ਵਡਿਆਈ, ਸਿੱਖ ਵਿਚੋਲਾ ਸੀ ਨਾ ਗੁਰੂ ਨਾਲ ਮਿਲਾਉਣ ਵਾਲਾ। ਕਹਿੰਦੇ ਜੀ ਉਹਨਾਂ ਨੇ ਮੈਨੂੰ ਕਿਹਾ ਸੀ ਖੱਤਰੀਆਂ ਦੀ ਵੰਸ ਵੇਦੀਆਂ ਦੀ ਕੁੱਲ, ਨਾਮ ਨਾਨਕ ਹੋਏਗਾ ਕਿ ਪਾਤਸ਼ਾਹ ਆਪ ਜੀ ਨਾਨਕ ਹੋ, ਵੇਦੀ ਵੰਸ ਵਿੱਚੋਂ ਹੋ। ਕਿਉਂਕਿ ਇਹ ਕਨਫਰਮ ਕਰਨਾ ਜ਼ਰੂਰੀ ਹੈ। ਇਹ ਕਹਿ ਕੇ ਗਿਆ ਸੀ ਮਨਸੁਖ ਸ਼ਾਹੂਕਾਰ ਵੀ ਤੂੰ ਪੁੱਛ ਲਈ, ਕਿਉਂਕਿ ਇੱਥੇ ਕਿੰਨੇ ਆਏ ਨਾਨਕ ਬਣ ਕੇ ਜੀ? ਬਹੁਤ ਆਏ ਸੀ। ਕਿੰਨੇ ਆ ਗਏ, ਕਿੰਨੇ ਕੀ ਕਰ ਗਏ। ਇਸ ਕਰਕੇ ਰਾਜਾ ਬੜੇ ਅਦਬ ਸਹਿਤ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਦਾ ਮਹਾਰਾਜ ਕਿਰਪਾ ਕਰਕੇ ਦੱਸਿਓ ਜੀ, ਮੈਨੂੰ ਮਨਸੁਖ ਸ਼ਾਹੂਕਾਰ ਨੇ ਦੱਸਿਆ ਤੁਹਾਡਾ ਉਹਨੇ ਜ਼ਿਕਰ ਕੀਤਾ ਏ। ਚੋਪਈ ਤਿਨ ਬੂਜਨ ਕੇ ਹੇਤ ਪਵਾਲਾ, ਬੋਲਿਓ ਸੁਣਿਓ ਸੰਤ ਕਿਰਪਾਲਾ। ਰਾਜੇ ਨੇ ਬੜੇ ਮਿੱਠੇ ਮਿੱਠੇ ਬਚਨ ਆਖੇ। ਇੰਨੇ ਨੂੰ ਪਰਸਰਾਮ ਵਰਗੇ ਨੇੜੇ ਆ ਗਏ। ਕਹਿੰਦਾ ਪਾਤਸ਼ਾਹ ਜੀ ਮੈਂ ਇਹ ਗੁਸਤਾਖੀ ਕਰ ਰਿਹਾ ਤੁਹਾਡੇ ਤੋਂ ਪੁੱਛ ਕੇ, ਮੈਨੂੰ ਪੁੱਛਣਾ ਨਹੀਂ ਚਾਹੀਦਾ, ਪਰ ਫਿਰ ਵੀ ਮੈਂ ਆਪਣੇ ਅੰਦਰ ਦੇ ਤਰਵਾਸੇ ਲਈ, ਭਰੋਸੇ ਲਈ ਆਪ ਜੀ ਨੂੰ ਪੁੱਛਦਾ ਹਾਂ ਵੀ ਤੁਸੀਂ ਮਨਸੁਖ ਦੇ ਗੁਰੂ ਹੋ। ਵਾਹ ਕਿੰਨਾ ਪ੍ਰੇਮ ਹੋਣਾ ਇਸ ਵੇਲੇ ਸੱਚੇ ਪਾਤਸ਼ਾਹ ਸੰਤ ਜੀ ਕਿ ਮਨਸੁਖ ਸ਼ਾਹੂਕਾਰ ਆਪ ਜੀ ਦਾ ਅਨੰਨ ਭਗਤ ਹੈ। ਉਹੀ ਤੁਹਾਡੇ ਬਾਰੇ ਮੈਨੂੰ ਦੱਸ ਕੇ ਗਿਆ ਸੀ ਜਿਹਦਾ ਤੁਸੀਂ ਬੇੜਾ ਬੰਨੇ ਲਾਇਆ ਸੀ, ਜਿਹਦਾ ਡੁੱਬਦਾ ਜਹਾਜ਼ ਤੁਸੀਂ ਕਿਨਾਰੇ ਲਾਇਆ ਏ। ਆਪਣੋ ਨਾਮ ਜਾਤ ਮੁਝ ਤਾਈ, ਨਿਜ ਕਰ ਕਰਨਾ ਦੇਹੋ ਸੁਣਾਈ। ਕਿਰਪਾ ਕਰਕੇ ਮੈਨੂੰ ਦੱਸ ਦਿਓ ਤੁਹਾਡੀ ਜਾਤ ਕੀ ਹੈ, ਤੁਹਾਡਾ ਨਾਮ ਕੀ ਹੈ, ਕਿਉਂਕਿ ਰਾਜੇ ਨੇ ਇਹ ਚੀਜ਼ਾਂ ਸੀਕ੍ਰੇਟ ਰੱਖੀਆਂ ਸੀ। ਇੱਕ ਤੇ ਬੇਦੀਆਂ ਦੀ ਵੰਸ਼, ਖੱਤਰੀਆਂ ਦੀ ਜਾਤੀ, ਬਾਕੀ ਸਾਰਿਆਂ ਨੂੰ ਪਤਾ ਸੀ। ਕੋਈ ਮੁਸਲਮਾਨ ਬਣ ਕੇ ਨਾਨਕ ਆ ਜਾਂਦਾ ਸੀ, ਕੋਈ ਪੰਡਤ ਬਣ ਕੇ ਆ ਜਾਂਦੇ ਸੀ, ਨਾਨਕ ਕਹਾਉਂਦੇ ਸੀ। ਪਰ ਜਦੋਂ ਇਹ ਚੀਜ਼ਾਂ ਮੈਚ ਨਹੀਂ ਸੀ ਕਰਦੀਆਂ, ਇੱਥੇ ਮਾਰ ਖਾਂਦੇ ਸੀ। ਰਾਜਾ ਤਾਂ ਪੁੱਛਦਾ ਹੈ, ਉਹਨੇ ਦੱਸਿਆ ਨਹੀਂ ਵੀ ਤੁਸੀਂ ਖੱਤਰੀ ਹੋ, ਤੁਸੀਂ ਬੇਦੀ ਹੋ। ਕਹਿੰਦਾ ਤੁਹਾਡਾ ਨਾਮ ਨਾਨਕ ਸੁਣਿਆ ਜੀ, ਕਿਰਪਾ ਕਰਕੇ ਦੱਸੋ ਤੁਹਾਡੀ ਜਾਤ ਕੀ ਹੈ, ਕਿਸ ਜਾਤੀ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ। ਮਾਨਿਆ ਬਲਾਖ ਕਹੋ ਸਭ ਪਾਛੇ,
ਜਬ ਮੈਂ ਜਾਣ ਲਿਹਉ ਵਿਦਿਆ ਛੇ। ਆਪ ਜੀ ਨੇ ਮੈਨੂੰ ਆਖਿਆ ਰਾਜਨ ਆਪਣੇ ਮਨ ਦੀ ਇੱਛਾ ਦੱਸ। ਕਹਿੰਦਾ ਹਜ਼ੂਰ ਦਿਲ ਦੀ ਇੱਛਾ ਉਦੋਂ ਦੱਸਾਂਗਾ ਜਦੋਂ ਤੁਸੀਂ ਆਪਣੇ ਬਾਰੇ ਦੱਸੋਗੇ। ਆ ਸਿੱਖੀ ਦੇ ਅਸੂਲ ਨੇ। ਸਿੱਖ ਦਾ ਜੀਵਨ ਪੱਕਾ ਵੀ ਬੜਾ ਹੈ, ਡੋਲਦਾ ਨਹੀਂ। ਤੇ ਸਾਨੂੰ ਤੇ ਜਿਹੜਾ ਮਰਜ਼ੀ ਕਹਿ ਦੇ, ਅੱਜ ਸਾਨੂੰ ਕਹਿ ਦੇ ਕੋਈ ਦਸਮ ਦੀ ਬਾਣੀ ਨਹੀਂ, ਅਸੀਂ ਤੇ ਚੀਕਾਂ ਮਾਰਦੇ ਫਿਰਦੇ ਹਾਂ, ਲੈ ਬਾਣੀ ਨਹੀਂ ਹੈ, ਗੁਰੂ ਸਾਹਿਬ ਨੇ ਆਹ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਨੇ ਉਹ ਨਹੀਂ ਕੀਤਾ, ਬਾਬਾ ਦੀਪ ਸਿੰਘ ਨੇ ਖੰਡਾ ਨਹੀਂ ਚਲਾਇਆ, ਕਲਗੀ ਵਾਲੇ ਨੇ ਅੰਮ੍ਰਿਤ ਨਹੀਂ ਛਕਾਇਆ, ਗੁਰੂ ਅਰਜਨ ਦੇਵ ਤੱਤੀ ਤਵੀ ਤੇ ਨਹੀਂ ਬੈਠੇ। ਤੇ ਮੈਂ ਕਹਿੰਦਾ ਕਦੇ ਸ਼ਿਵਨਾਭ ਰਾਜੇ ਦਾ ਪੜ੍ਹ ਕੇ ਵੇਖੋ, ਉਹਨੇ ਅਜੇ ਸਿੱਖੀ ਵੀ ਧਾਰਨ ਨਹੀਂ ਕੀਤੀ, ਉਹ ਰੱਬ ਨੂੰ ਵੀ ਪਰਖੀ ਜਾਂਦਾ ਹੈ। ਉਹ ਅਸੀਂ ਰੱਬ ਦੀਆਂ ਕਰਾਮਾਤਾਂ, ਰੱਬ ਦੀਆਂ ਵਰਤਾਈਆਂ ਰਹਿਮਤਾਂ ਨੂੰ ਮੰਨਣ ਨੂੰ ਇਨਕਾਰੀ ਹੋ ਗਏ। ਤੇ ਕਿੱਡਾ ਮਾੜਾ ਜੀਵਨ ਆ ਸਾਡਾ। ਸਾਨੂੰ ਤੇ ਕੋਈ ਮਾੜਾ ਜਿਹਾ ਕਹਦੇ ਰਹਿ ਰਸ ਬਾਣੀ ਨਹੀਂ, ਉਦਣੇ ਮਨ ਟੁੱਟ ਜਾਂਦਾ ਸਾਡਾ। ਕੋਈ ਕਹਿ ਦੇ ਕੋਈ ਫਾਇਦਾ ਨਹੀਂ ਗੁਰਦੁਆਰੇ ਜਾਣ ਦਾ, ਉਦਣੇ ਕਹਿ ਦੇ ਹੁਣ ਅਮਰ ਛਕਣ ਦਾ ਕੀ ਫਾਇਦਾ, ਅਰਦਾਸ ਤੇ ਪੂਰੀ ਨਹੀਂ ਹੋਈ। ਸਾਡੇ ਤੇ ਇੱਥੇ ਹਾਲ ਖੜੇ ਆ। ਅਸੀਂ ਆ ਕੱਚੇ ਸਿੱਖ। 5 ਤਰ੍ਹਾਂ ਦੀ ਸਿੱਖੀ ਆ ਨਾ ਗੁਰੂ ਸਾਹਿਬ ਦੀ। 5 ਵਿੱਚੋਂ ਸਾਡੀ ਸਿੱਖੀ ਸਿਰਫ ਹਿਰਸ ਦੀ ਸਿੱਖੀ ਹੈ, ਲਾਲਚ ਦੀ। ਇਹ ਤੋਂ ਵੱਧ ਕੁਝ ਨਹੀਂ ਹੈ। ਇਹ ਕੌੜੀ ਗੱਲ ਹੈ, ਸੱਚੀ ਗੱਲ ਹੈ। ਤਕਰੀਬਨ ਜਿੰਨੀ ਸਾਡੀ ਜਨਸੰਖਿਆ, ਜਿੰਨੀ ਸਾਡੀ ਭੀੜ ਹੈ, ਕਿਤੇ ਨਾ ਕਿਤੇ ਅਸੀਂ ਨਾ ਪਦਾਰਥਾਂ ਕਰਕੇ ਜੁੜੇ ਹੋਏ ਹਾਂ। ਭਾਵਨਾ ਦੀ ਸਿੱਖੀ ਕਿਸੇ ਵਿਰਲੇ ਕੋਲੇ ਹੈ। ਜਿਵੇਂ ਬਾਬਾ ਦੀਪ ਸਿੰਘ ਹੋਰਾਂ ਕੋਲ ਸਿਦਕ ਦੀ ਸਿੱਖੀ ਸੀ ਨਾ, ਤੇ ਭਾਈ ਮਨੀ ਸਿੰਘ ਹੋਰਾਂ ਕੋਲ ਪ੍ਰੇਮ ਦੀ ਸਿੱਖੀ ਸੀ। ਤੇ ਸਾਡੇ ਕੋਲ ਨਾ ਪ੍ਰੇਮ ਹੈ ਨਾ ਸਿਦਕ ਹੈ, ਸਾਡੇ ਕੋਲ ਲਾਲਚ ਜਾਂ ਦੇਖਾ ਦੇਖੀ। ਤੂੰ ਅੰਮ੍ਰਿਤ ਛਕ ਲਿਆ, ਮੈਂ ਛਕ ਲਿਆ। ਸਾਡੇ ਤੇ ਪਰਿਵਾਰ ਜੁੜੇ, ਚਲੋ ਜੀ ਮੈਂ ਵੀ ਜੁੜੇ ਹਾਂ। ਉਹ ਮੀਟ ਆਂਡਾ ਨਹੀਂ ਖਾਂਦੇ, ਅਸੀਂ ਵੀ ਨਹੀਂ ਖਾਂਦੇ। ਪਾਠ ਕਰ ਲਈਦਾ ਜੀ, ਇੱਥੇ ਖੜੇ ਹਾਂ ਅਸੀਂ ਤੇ। ਪਰ ਵੇਖੋ ਸਿੱਖੀ ਰਾਜੇ ਸ਼ਿਵਨਾਭ ਦੀ। ਉਹ ਆਪਣੇ ਪਿਆਰੇ ਪ੍ਰੀਤਮ ਨੂੰ ਕਹਿੰਦਾ, ਸਾਈਆਂ ਤੁਸੀਂ ਪਹਿਲਾਂ ਮੈਨੂੰ ਆਪਣੇ ਬਾਰੇ ਦੱਸ ਦਿਓ ਜੀ, ਮੈਂ ਫਿਰ ਆਪਣੇ ਦਿਲ ਦੀ ਦੱਸ ਦਿਆਂਗਾ। ਇਹ ਜ਼ਰੂਰੀ ਸੀ, ਕਸਵੱਟੀ ਸੀ ਇਹ। ਮਨਸੁਖ ਸ਼ਾਹੂਕਾਰ ਕਹਿੰਦੇ ਸੀ, ਜਦ ਮੇਰੇ ਸਤਿਗੁਰ ਕੋਲੇ ਆਏਗਾ ਉਹ ਤੇਰਾ ਨਾਮ ਲੈ ਕੇ ਤੈਨੂੰ ਬੁਲਾਉਣਗੇ। ਤੇ ਇਹ ਗੱਲ ਪਰਖੀ ਸੀ ਪਰਸਰਾਮ ਨੇ। ਜਦੋਂ ਪਰਸਰਾਮ ਆਇਆ ਨਾ, ਮਹਾਰਾਜ ਕਹਿੰਦੇ ਪਰਸਰਾਮ ਤੇਰੇ ਇਹਨਾਂ ਪਦਾਰਥਾਂ ਨੇ ਸਾਡਾ ਕੁਝ ਨਹੀਂ ਕਰਨਾ, ਆਪਣੇ ਰਾਜੇ ਨੂੰ ਦੇ ਜਾ ਕੇ। ਉਹ ਹੈਰਾਨ ਸੀ ਵੀ ਇਹ ਕਿੱਥੋਂ ਆਏ ਚੱਲ ਕੇ ਇੰਡੀਆ ਦੀ ਧਰਤੀ ਤੋਂ, ਭਾਰਤ ਦੀ ਧਰਤੀ ਤੋਂ, ਤੇ ਨਾਮ ਮੇਰਾ ਆਪਣੇ ਆਪ ਕਿੱਦਾਂ ਦੱਸੀ ਜਾਂਦੇ ਆ। ਤੇ ਰਾਜੇ ਨੂੰ ਵੀ ਇੱਥੇ ਮਰਦ ਨੇ ਇਹ ਕਿਹਾ ਨਾ, ਸ਼ਿਵਨਾਭ ਰਾਜਿਆ ਮੰਗ ਕੁਝ, ਤੂੰ ਕੀ ਮੰਗੇਗਾ। ਰਾਜਾ ਆਪਣਾ ਨਾਮ ਸੁਣ ਕੇ ਬੜਾ ਹੈਰਾਨ ਆ ਵੀ ਦੱਸਿਆ ਇਹਨਾਂ ਨੂੰ ਕਿਸੇ ਨੇ ਨਹੀਂ, ਇਹ ਮੇਰਾ ਨਾਮ ਕਿਵੇਂ ਜਾਣਦੇ ਨੇ। ਸੁਣ ਕਰ ਸ੍ਰੀ ਨਾਨਕ ਜਗ ਸਾਈ, ਸ਼੍ਰੀ ਮੁਖ ਸੋ ਸੁਭ ਗਿਰਾ ਆਲਾਈ। ਰਾਜੇ ਨੇ ਜਿਸ ਵੇਲੇ ਬੜੇ ਪਿਆਰ ਵਿੱਚ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਸਿਰਫ ਇੰਨਾ ਹੀ ਜਾਣਨਾ ਚਾਹੁੰਦਾ, ਨਾਮ ਤੇ ਆਪ ਜੀ ਦਾ ਨਾਨਕ ਹੈ, ਮੈਨੂੰ ਪਤਾ ਹੈ ਤੁਹਾਡੀ ਵੰਸ ਕਿਹੜੀ ਹੈ, ਤੁਹਾਡੀ ਜਾਤ ਕਿਹੜੀ ਹੈ, ਤੇ ਕਿਰਪਾ ਕਰਕੇ ਮੁਖ ਕਰ ਲਓ, ਪਿੱਠ ਨਾ ਵਿਖਾਓ। ਤੇ ਰਾਜੇ ਦੀ ਬੇਨਤੀ ਸੁਣ ਕੇ ਸਾਹਿਬਾਂ ਨੇ ਜਦੋਂ ਮੁਖ ਕੀਤਾ ਨਾ, ਸਤਿਗੁਰਾਂ ਦੇ ਸੋਹਣੇ ਨੇਤਰਾਂ ਨੂੰ ਵੇਖ ਕੇ ਰਾਜੇ ਦੀਆਂ ਅੱਖਾਂ 'ਚੋਂ ਹੰਝੂ ਆ ਗਏ। ਗੁਰੂ ਸਾਹਿਬ ਕਹਿੰਦੇ ਬੈਠ ਜਾ। ਫਿਰ ਬੈਠਾ ਮਰਦ ਦੇ ਕੋਲ। ਸਾਹਿਬ ਕਹਿੰਦੇ ਹੁਣ ਬੋਲ ਕੀ ਬੋਲਦਾ, ਪੁੱਛ ਕੀ ਪੁੱਛਦਾ ਏ, ਜੋ ਜੋ ਪੁੱਛੇਗਾ ਤੈਨੂੰ ਦੱਸਾਂਗੇ। ਉਹਨੇ ਫੇਰ ਆਪਣੀ ਡਾਇਰੀ ਖੋਲੀ, ਸਿਰਨਾਮਾ ਲਿਖਿਆ ਸੀ ਨਾਲ ਭਾਈ ਬਾਲਾ ਜੀ ਹੋਣਗੇ, ਭਾਈ ਮਰਦਾਨਾ ਜੀ ਹੋਣਗੇ। ਭਾਈ ਮਰਦਾਨੇ ਕੋ ਰਬਾਬ ਹੈ। ਸਿਰਨਾਮਾ ਮਤਲਬ ਜਿਵੇਂ ਐਡਰੈਸ ਹੁੰਦਾ ਹੈ, ਬਾਇਓਡਾਟਾ ਕਹਿ ਲਓ। ਰਾਜੀ ਨੇ ਵੇਖਿਆ ਮੈਚ ਸਾਰਾ ਕੁਝ ਕਰਦਾ, ਪਰ ਜਾਤ ਕਨਫਰਮ ਨਹੀਂ ਹੋ ਰਹੀ ਵੀ ਜੇ ਇਹ ਬੇਦੀ ਨਾ ਹੋਏ, ਜੇ ਇਹ ਖੱਤਰੀ ਨਾ ਹੋਏ, ਕੋਈ ਹੋਰ ਹੋਏ, ਮਤਲਬ ਫਿਰ ਇਹ ਨਾਨਕ ਵੀ ਅਸਲੀ ਨਹੀਂ ਹੋਣਗੇ। ਕਿਤੇ ਨਾ ਕਿਤੇ ਮਨ ਡੋਲਦਾ, ਕਿਤੇ ਐਸਾ ਨਾ ਹੋਵੇ ਮਨਸੁਖ ਸ਼ਾਹੂਕਾਰ ਆ ਕੇ ਮੈਨੂੰ ਪੁੱਛੇ ਤੈਨੂੰ ਗੁਰੂ ਸਾਹਿਬ ਮਿਲੇ ਆ, ਤੇ ਮੈਂ ਕਹਾਂ ਮਿਲੇ, ਉਹ ਕਹਿੰਦੇ ਇੱਥੇ ਤੇ ਆਈ ਨਹੀਂ। ਉਹ ਸਿੱਖ ਨੂੰ ਚੇਤੇ ਕਰਕੇ ਉਹਨੇ ਬੜੇ ਡੂੰਘੇ ਸਵਾਲ ਮਹਾਰਾਜ ਅੱਗੇ ਕੀਤੇ ਆ। ਸਵਾਲਾਂ ਦੇ ਜਵਾਬ ਗੁਰੂ ਸਾਹਿਬ ਦੇਣਗੇ ਜੀ। ਸਮਾਂ ਸਮਾਪਤ ਹੈ। ਕੱਲ੍ਹ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ।